दुख निकंदन। अमरदास गुर हृदय त्यामो, हृदय त्यामो। श्री गुरु रामदास गुण गावो। श्री अर्जन बिघ्नन के नासक, बिघ्नन के नासक। श्री हर गोबिंद शुभ सुमत प्रकाशक। श्री हर राय नमो कर जोरी, नमो कर जोरी। गुरु हर कृष्ण मनाए बहोरी। गुरु तेग बहादुर परम किरपाला। वाहिगुरु परम किरपाला। श्री गुरु गोबिंद सिंह बिसाला। धरों धरा पर पुन पुन सीसा। वाहिगुरु पुन पुन सीसा। बंदों बार बार जगदीशा। जिसमें अमृत ज्ञान है, माणक भगत बैराग। श्री गुरु ग्रंथ साहिब उदद बंदों कर अनुराग। सतगुर मम बेरी कटहो, निज बेरी परचार। एह बेरी होए भाव सफल, बिन बेरी कर पार। एकंकारा सतगुरु तेह प्रसाद सच होए। वाहिगुरु जी की फतेह। बिघ्न विनाशन सोए। सतनाम श्री वाहिगुरु साहिब जीओ। एक ओंकार सतगुर प्रसाद। सतवीं रास अध्याय पहला मंगलाचरण। सूरजमल की सगाई। चित्रपदा छंद। पार परे जग सागर ते, उर ते परदा ब्रह्म को सब पार।
ਪਾਰਦ ਕੇ ਸਮ ਜੋ ਮਨ ਚੰਚਲ, ਤਾਂ ਮਹਿ ਮੂਲ ਬਿਕਾਰ ਉਪਾਰ। ਪਾਰਨ ਪ੍ਰੇਮ ਕਰੋ ਗੁਰ ਨਾਨਕ, ਜੇ ਸ਼ਰਨਾਗਤ ਕੇ ਪ੍ਰਤ ਪਾਰ। ਪਾਰਸ ਜਿਉ ਛੁਏ ਜਾਤ ਜਿਨੈ, ਸਮ ਲੋਹ ਜੋ ਕੰਚਨ ਹੋਏ ਅਪਾਰ। ਪਾਰ ਪਰੇ ਜਗ ਸਾਗਰ ਤੇ, ਉਰ ਤੇ ਪਰਦਾ ਭ੍ਰਮ ਕੋ ਸਭ ਪਾਰ। ਸਤਿਗੁਰੂ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ, ਚਵਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਾਡੇ ਸਾਰਿਆਂ ਦੇ ਉੱਤੇ ਕਿਰਪਾ ਕਰਨ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ, ਅੰਤਰਜਾਮੀ ਸੁਖ ਨਿਧਾਨ ਸੱਚੇ ਪਾਤਸ਼ਾਹ, ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ, ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਦੇ ਨਾਲ ਹਜੂਰ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਬੈਠੇ ਹੋ। ਸਾਡੇ ਸਾਰਿਆਂ ਦੀ ਚੰਗੀ ਕਿਸਮਤ, ਚੰਗੇ ਭਾਗ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਸਾਰੇ ਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਬੈਠੇ ਹਾਂ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਅਦਬ ਸਤਿਕਾਰ ਸਹਿਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ, ਦਲਾਂ ਨੂੰ ਭੰਜਣ ਵਾਲੇ ਵੱਡੇ ਯੋਧੇ ਸਮਰੱਥ ਗੁਰੂ, ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਥਾ ਆਪ ਜੀ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਹਰ ਰੋਜ਼ ਸਰਵਣ ਕਰਦੇ ਹੋ। ਸੰਗਤ ਸਾਰੀ ਦੋਵੇਂ ਹੱਥ ਜੋੜੋ, ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਨ ਦੁਨੀਆ ਨੂੰ ਤਾਰ ਰਹੇ ਹਨ ਜੀ। ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਮਹਾਰਾਜ ਸੁਭਾਏਮਾਨ ਹਨ ਤੇ ਆਪ ਜੀ ਨੇ ਕਥਾ ਸਰਵਣ ਕੀਤੀ। ਗੁਰੂ ਜੀ ਦੇ ਸਾਹਿਬਜ਼ਾਦੇ ਬਾਬਾ ਜੀ ਬਾਬਾ ਅਟਲ ਰਾਏ ਸਾਹਿਬ ਜੀ ਬਾਰੇ ਜੀ, ਬਾਬਾ ਜੀ ਨੇ ਕਿਵੇਂ ਸਰੀਰ ਤਿਆਗ ਦਿੱਤਾ। ਬਾਬਾ ਜੀ ਦੇ ਸਰੀਰ ਤਿਆਗਣ ਤੋਂ ਬਾਅਦ ਸਿੱਖ ਸੰਗਤਾਂ ਦੇ ਵਿੱਚ, ਗੁਰੂ ਜੀ ਦੇ ਪਰਿਵਾਰ ਦੇ ਵਿੱਚ ਬਹੁਤ ਜ਼ਿਆਦਾ ਬੈਰਾਗ ਆਇਆ। ਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕਰਕੇ ਸਾਰਿਆਂ ਦੇ ਅੰਦਰੋਂ ਬੈਰਾਗ ਦੂਰ ਕੀਤਾ ਜੀ। ਉਹ ਕਥਾ ਆਪ ਜੀ ਨੇ ਪਿਛਲੇ ਦਿਨਾਂ ਵਿੱਚ ਸਰਵਣ ਕੀਤੀ। ਗੁਰੂ ਜੀ ਮਹਾਰਾਜ ਨੇ ਮਾਤਾ ਨਾਨਕੀ ਜੀ ਨੂੰ ਵੀ ਇਹੋ ਹੀ ਕਿਹਾ ਕਿ ਬਾਬਾ ਅਟਲ ਰਾਏ ਜੀ ਦਾ ਜਸ ਜਿਹੜਾ ਉਹ ਟਲੇਗਾ ਨਹੀਂ ਜੀ। ਬਾਬਾ ਅਟਲ ਰਾਏ ਜੀ ਦਾ ਜਸ ਬਹੁਤ ਵੱਡਾ ਹੋਏਗਾ। ਉਹਨਾਂ ਸਾਡਾ ਬਚਨ ਮੰਨਿਆ, ਸਾਨੂੰ ਮਹਾਨਤਾ ਦੇ ਕੇ ਸਰੀਰ ਤਿਆਗਿਆ। ਇਸ ਕਰਕੇ ਬਾਬਾ ਅਟਲ ਰਾਏ ਜੀ ਦੀ ਬਹੁਤੀ ਵੱਡੀ ਵਡਿਆਈ ਹੋ ਜਾਏਗੀ ਜੀ। ਚੇਤਾ ਰੱਖਿਓ, ਤੁਸੀਂ ਹੋ, ਅਸੀਂ ਹਾਂ, ਸਾਰੇ ਹੀ ਹਾਂ ਜੀ। ਜਿਹੜਾ ਵਿਅਕਤੀ ਗੁਰੂ ਸਾਹਿਬ ਜੀ ਨੂੰ ਮੁੱਖ ਰੱਖ ਕੇ ਕੋਈ ਕੰਮ ਕਰਦਾ, ਗੁਰੂ ਜੀ ਉਹਦੀ ਜੈ ਜੈਕਾਰ ਕਰਦੇ ਆ ਜੀ, ਕਰਾਉਂਦੇ ਆ ਜੀ। ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ ਜੀ, ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ ਆਪਣੇ ਗੁਰਮੁਖਾਂ ਦੇ ਕੋਲ ਜਿਨ੍ਹਾਂ ਕੋ ਉਹ ਰਹੇ ਜੀ, ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲੇ, ਵਾਹਿਗੁਰੂ ਰੇਰੂ ਸਾਹਿਬ ਵਾਲੇ ਜੀ, ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਕੋ ਰਹੇ ਜੀ।
ਬੜਾ ਭਜਨ ਕੀਤਾ ਬਾਬਾ ਅਤਰ ਸਿੰਘ ਜੀ ਰੇਰੂ ਵਾਲਿਆਂ ਨੇ ਜੀ। ਸਾਰੇ ਸੇਵਾਦਾਰਾਂ ਨੂੰ ਕਹਿਣ ਫਲਾਣਿਆ ਤੂੰ ਵੀ ਮੰਗ, ਤੂੰ ਵੀ ਮੰਗ, ਤੂੰ ਵੀ ਮੰਗ। ਇੱਕ ਸਿੰਘ ਨੇ ਕਿਹਾ ਮਹਾਰਾਜ ਮੈਂ ਸੇਵਾ ਹੀ ਕਰਦਾ ਰਵਾਂ। ਉਹਨੂੰ ਮਹਾਂਪੁਰਖ ਕਹਿੰਦੇ ਤਥਾਸਤੂ, ਤੂੰ ਸਾਰੀ ਉਮਰ ਸੇਵਾ ਹੀ ਕਰੇਂਗਾ। ਦੂਸਰੇ ਸਿੰਘ ਨੂੰ ਆਖਿਆ ਤੂੰ ਵੀ ਮੰਗ। ਉਹ ਕਹਿੰਦਾ ਮਹਾਰਾਜ ਜਦੋਂ ਮੈਂ ਮਰਨ ਲੱਗਾ ਮੇਰੇ ਅੰਦਰ ਸਿਮਰਨ ਚੱਲ ਰਿਹਾ ਹੋਵੇ। ਕਹਿੰਦੇ ਇਸ ਤਰ੍ਹਾਂ ਹੋਏਗਾ। ਤੇ ਬਾਬਾ ਈਸ਼ਰ ਸਿੰਘ ਜੀ ਉਦੋਂ ਉਮਰ ਛੋਟੀ ਸੀਗੀ। ਕਹਿੰਦੇ ਈਸ਼ਰ ਸਿੰਘ ਤੂੰ ਵੀ ਮੰਗ ਕੁਝ। ਤੇ ਈਸ਼ਰ ਸਿੰਘ ਜੀ ਕਹਿੰਦੇ ਮਹਾਰਾਜ ਜੇ ਖੁਸ਼ ਹੋ ਤੇ ਮੈਨੂੰ ਗੁਰੂ ਦਾ ਜਸ ਕਰਨ ਦਾ ਵਰ ਦੇ ਦਿਓ, ਮੈਂ ਗੁਰੂ ਦਾ ਜਸ ਕਰਿਆ ਕਰਾਂ। ਤੇ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਬੜੇ ਖੁਸ਼ ਹੋਏ। ਦੋ ਬਾਬਾ ਅਤਰ ਸਿੰਘ ਜੀ ਹੋਏ ਜੀ। ਇੱਕ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਜੀ, ਇੱਕ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਜੀ। ਬੜੇ ਖੁਸ਼ ਹੋਏ। ਤੇ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਕਹਿਣ ਲੱਗੇ ਈਸ਼ਰ ਸਿੰਘ ਤੁਸੀਂ ਇਹ ਮੰਗਿਆ ਵੀ ਮੈਂ ਗੁਰੂ ਦਾ ਜਸ ਕਰਨਾ, ਗੁਰੂ ਦੀ ਵਡਿਆਈ ਕਰਨੀ ਹੈ। ਕਹਿਣ ਲੱਗੇ ਜਾ ਗੁਰੂ ਨਾਨਕ ਮਿਹਰ ਕਰਨਗੇ ਸਾਰੀ ਦੁਨੀਆ ਤੇ ਤੇਰੇ ਜਸ ਦਾ ਵੀ ਡੰਕਾ ਵੱਜੇਗਾ। ਕਹਿੰਦੇ ਤੂੰ ਗੁਰੂ ਦਾ ਜਸ ਮੰਗਿਆ ਤੇਰਾ ਵੀ ਜਸ ਹੋਏਗਾ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਮਾਤਾ ਨਾਨਕੀ ਜੀ ਨੂੰ ਕਹਿੰਦੇ ਨਾਨਕੀ ਜੀ ਅਟਲ ਰਾਏ ਜੀ ਨੇ ਸਾਨੂੰ ਮੁੱਖ ਰੱਖਿਆ, ਸਾਡੇ ਬਚਨ ਨੂੰ ਮੁੱਖ ਰੱਖਿਆ, ਸਰੀਰ ਤਿਆਗ ਦਿੱਤਾ। ਜਿਉਂਦੇ ਬੰਦਿਆਂ ਦਾ ਓਨਾ ਪ੍ਰਤਾਪ ਨਹੀਂ ਹੋਏਗਾ ਜਿੰਨਾ ਬਾਬਾ ਅਟਲ ਰਾਏ ਜੀ ਦਾ ਸਰੀਰ ਤਿਆਗਣ ਤੋਂ ਬਾਅਦ ਪ੍ਰਤਾਪ ਬਣ ਜਾਏਗਾ ਜੀ। ਤੇ ਬਾਬਾ ਅਟਲ ਰਾਏ ਜੀ ਦਾ ਪ੍ਰਤਾਪ ਹੈ ਜੀ। ਅੰਮ੍ਰਿਤਸਰ ਸ਼ਹਿਰ ਦੇ ਸੂਬੇਦਾਰ ਨੇ ਬਾਬਾ ਅਟਲ ਰਾਏ ਸਾਹਿਬ ਜੀ। ਸੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਵਾਇਆ ਬਾਬਾ ਅਟਲ ਰਾਏ ਜੀ ਦੇ ਨਿਮਿਤ। ਲੰਗਰ ਲੱਗਿਆ ਬਹੁਤ ਵੱਡਾ, ਬਹੁਤ ਸਾਰੀਆਂ ਸੰਗਤਾਂ, ਖਾਸ ਸਿੱਖ ਗੁਰੂ ਜੀ ਦੇ ਪਰਿਵਾਰ ਸਾਰੇ ਆਏ। ਮਹਾਰਾਜ ਨੇ ਹੌਲੀ ਹੌਲੀ ਸਹਿਜੇ ਸਾਰਿਆਂ ਨੂੰ ਤੋਰਿਆ ਜੀ। ਤੇ ਦੱਸਿਆ ਜਾਂਦਾ ਕਿ ਬਾਬਾ ਸਾਈਂ ਦਾਸ ਜੀ ਨੇ ਮਹਾਰਾਜ ਨੂੰ ਕਿਹਾ ਸੀ ਵੀ ਮਹਾਰਾਜ 9 ਸਾਲ ਦੀ ਉਮਰ 'ਚ ਪੁੱਤ ਚੜ੍ਹਾਈ ਕਰਦੇ ਦੁੱਖ ਤੇ ਹੁੰਦਾ ਹੀ ਹੈ। ਮਹਾਰਾਜ ਨੇ 2 ਲੀਕਾਂ ਮਰਵਾਈਆਂ ਜੀ ਲਾਈਨ। ਮਹਾਰਾਜ ਕਹਿੰਦੇ ਮਾਰੋ, ਮਾਰੀਆਂ। ਮਹਾਰਾਜ ਕਹਿੰਦੇ ਹੁਣ ਮਿਟਾ ਦਿਓ, ਮਿਟਾ ਦਿੱਤੀਆਂ। ਮਹਾਰਾਜ ਕਹਿੰਦੇ ਕੋਈ ਖੁਸ਼ੀ ਗਮੀ ਹੋਈ? ਕਹਿੰਦੇ ਜੀ ਨਹੀਂ, ਲੀਕ ਮਿਟੀ ਹੈ, ਦੁੱਖ ਨਹੀਂ ਹੋਇਆ। ਜਦੋਂ ਵਾਹੀ ਸੀ ਖੁਸ਼ੀ ਨਹੀਂ ਹੋਈ। ਮਹਾਰਾਜ ਕਹਿੰਦੇ ਬੰਦੇ ਵੀ ਸਾਰੇ ਲੀਕਾਂ ਵਰਗੇ ਹੀ ਨੇ ਜੀ। ਗਿਆਨਵਾਨ ਪੁਰਸ਼ ਨੂੰ ਕੋਈ ਖੁਸ਼ੀ ਗਮੀ ਦੇ ਉਹਦੇ ਉੱਤੇ ਅਸਰ ਨਹੀਂ ਹੈਗਾ ਜੀ। ਪਰ ਅਸੀਂ ਤੁਸੀਂ ਜਿਹੜੇ ਗਿਆਨ ਦੀ ਅਵਸਥਾ 'ਚ ਜੇ ਨਹੀਂ ਆਏ ਜੀ, ਵੇਖੋ ਨਾ ਜੀ, ਕੋਈ ਬੰਦਾ ਕਰਮਕਾਂਡ 'ਚ ਹੈ, ਕੋਈ ਉਪਾਸਨਾ 'ਚ ਹੈ ਤੇ ਕੋਈ ਗਿਆਨ 'ਚ ਹੈ ਜੀ। ਕੋਈ ਆਉਂਦਾ ਆ ਕੇ ਬੈਠਦਾ, ਮੱਥਾ ਟੇਕਦਾ, ਕਥਾ ਸੁਣਦਾ, ਇਹ ਸਭ ਕਰਮਕਾਂਡ ਹੈਗਾ ਜੀ। ਕਰਮਕਾਂਡ ਦਾ ਅਰਥ ਗਲਤ ਲੈ ਲੈਂਦੇ ਜੀ ਅਸੀਂ। ਕਰਮਕਾਂਡ ਸ਼ਬਦ ਬਹੁਤ ਵਧੀਆ ਸ਼ਬਦ ਹੈਗਾ ਜੀ। ਆਉਣਾ, ਮੱਥਾ ਟੇਕਣਾ, ਚੌਰ ਸਭ ਕਰਨਾ, ਸੇਵਾ ਕਰਨੀ, ਸਭ ਕਰਮਕਾਂਡ 'ਚ ਹੈ। ਉਹ ਕਰਮ ਜਿਹੜਾ ਧਰਮ ਨਾਲ ਜੋੜੇ ਉਹਨੂੰ ਕਰਮਕਾਂਡ ਕਹਿੰਦੇ ਆ। ਹਾਂਜੀ, ਕਹਿੰਦੇ ਗੁਰੂ ਨੂੰ ਮੱਥਾ ਟੇਕਣਾ ਕਰਮਕਾਂਡ ਹੈ ਤੇ ਹੈ ਹੀ ਕਰਮਕਾਂਡ ਹੈ, ਕਰਨਾ ਚਾਹੀਦਾ ਕਰਮਕਾਂਡ। ਹਾਂਜੀ, ਗੁਰੂ ਸਾਹਿਬ ਬਾਣੀ 'ਚ ਕਹਿੰਦੇ ਸਫਲ ਉਹ ਮਾਥਾ ਜਿਤ ਸੰਤ ਨਮਸਕਾਰਸ। ਮਹਾਰਾਜ ਕਹਿੰਦੇ ਕਰੋ। ਹਾਂਜੀ, ਕਰਮ ਜਿਹੜਾ ਪਖੰਡ ਨਾ ਹੋਵੇ ਜੀ। ਇੰਨੀ ਕੁ ਗੱਲ ਦਾ ਬਸ ਧਿਆਨ ਰੱਖਣਾ। ਜੇ ਪਖੰਡ ਹੈ, ਕਰਮ ਧਰਮ ਪਾਖੰਡ ਜੋ ਦਿਸੈ ਤਿਨ ਜਮ ਜਾ ਗਾਤੀ ਲੁੱਟੈ। ਪਖੰਡ ਨਾ ਹੋਵੇ ਜੀ। ਕਰਮ ਨੂੰ ਗੁਰਬਾਣੀ 'ਚ ਕਿਤੇ ਨਹੀਂ ਮਾੜਾ ਆਖਿਆ ਜੀ। ਉਹ ਸਾਡੇ ਗਿਆਨੀ
ਲੋਕਾਂ ਨੂੰ ਭੁਲੇਖੇ 'ਚ ਪਾ ਦਿੰਦੇ ਜੀ ਕਰਮਕਾਂਡ, ਹਾਏ ਕਰਮਕਾਂਡ, ਹਾਏ ਕਰਮਕਾਂਡ। ਬਾਣੀ ਪੜ੍ਹਨਾ ਕਰਮਕਾਂਡ ਹੈ, ਕਰੋ ਕਰਮਕਾਂਡ। ਕਿਉਂ ਨਹੀਂ ਕਰਨਾ? ਕਰਨਾ ਚਾਹੀਦਾ ਜੀ। ਮਤਲਬ ਉਹ ਕਰਮ ਤੇ ਸਗੋਂ ਜੋੜਦਾ ਜੀ ਸਾਨੂੰ। ਇੱਕ ਉਪਾਸਨਾ ਕਾਂਡ ਹੈ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹਦੇ ਨੂੰ ਧਿਆਨ ਲਾ ਕੇ ਜਪਣਾ, ਇਹਨੂੰ ਕਹਿੰਦੇ ਇਸ਼ਟ ਦੀ ਉਪਾਸਨਾ ਕਰਨਾ। ਇੱਕ ਗਿਆਨ ਕਾਂਡ ਹੈ। ਗਿਆਨ ਕਾਂਡ ਕੀ ਹੈ? ਜਿੱਥੇ ਨਾ ਕਰਮ ਹੈ ਨਾ ਉਪਾਸਨਾ ਹੈ, ਗਿਆਨ ਦੀ ਅਵਸਥਾ ਆ ਗਈ ਜੀ। ਗਿਆਨ ਹੈ ਕਾਰਨ ਕਰਮ ਅਭਿਆਸ। ਗਿਆਨ ਦੀ ਅਵਸਥਾ ਬਣੇ, ਇਹਦੇ ਵਾਸਤੇ ਕਰਮ ਕਰਨੇ ਹੈ ਜੀ। ਕਥਾ ਵੀ ਸੁਣਨੀ ਹੈ, ਗੁਰੂ ਸਾਹਿਬ ਦੇ ਚਰਨਾਂ 'ਚ ਆਉਣਾ ਹੈ, ਸੰਗਤ ਕਰਨੀ ਹੈ, ਸੇਵਾ ਕਰਨੀ ਹੈ, ਬਾਣੀ ਪੜ੍ਹਨੀ ਹੈ, ਬਾਣੀ ਪੜ੍ਹਨੀ ਸਿੱਖਣੀ ਹੈ। ਇਹ ਪਹਿਲੀ ਕਲਾਸ ਹੈ ਜੀ। ਸਭ ਕੁਝ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਕਰਨ ਵਾਸਤੇ ਹੈ ਜੀ। ਗਿਆਨ ਹੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤੋ ਕਰਮੈ ਨਾਸ। ਤੇ ਜਦੋਂ ਗਿਆਨ ਦੀ ਅਵਸਥਾ ਬਣ ਗਈ, ਫਿਰ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਰਹਿੰਦੀ। ਪਰ ਸਿੱਖ ਤਾਂ ਵੀ ਕਰਦਾ ਜੀ, ਹਉਮੈ ਨਾ ਆਵੇ। ਸਿੱਖ ਤਾਂ ਵੀ ਕਰਦਾ ਜੀ। ਮਹਾਰਾਜ ਨੇ ਬੜਾ ਉਪਦੇਸ਼ ਦਿੱਤਾ ਸਾਰਿਆਂ ਨੂੰ ਵੀ ਗਿਆਨ ਵਾਲੀ ਅਵਸਥਾ ਦੇ ਵਿੱਚ ਨਾ ਕੋਈ ਜੰਮਿਆ ਤੇ ਨਾ ਕੋਈ ਮਰਿਆ ਜੀ। ਸਰੀਰ ਤਿਆਗਿਆ, ਆਤਮਾ ਤੇ ਜਿਉਂਦੀ ਹੈ। ਅੱਜ ਦੂਸਰੇ ਪਾਤਸ਼ਾਹ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਜੋਤੀ ਜੋਤ ਦਿਨ ਹੈ ਜੀ। ਅੱਜ ਦੇ ਦਿਨ ਗੁਰੂ ਜੀ ਜੋਤੀ ਜੋਤ ਸਮਾਏ ਖਡੂਰ ਸਾਹਿਬ ਦੀ ਧਰਤੀ ਤੇ। ਲਹਿਣੇ ਪਾਈ ਨਾਨਕੋ ਦੇਣੀ ਅਮਰਦਾਸ ਘਰ ਆਈ, ਗੁਰ ਬੈਠਾ ਅਮਰ ਸਰੂਪ ਹੋਏ। ਇਹ ਭਾਈ ਗੁਰਦਾਸ ਜੀ ਲਿਖਦੇ ਜੀ। ਲਹਿਣੇ ਤੋਂ ਗੁਰੂ ਅੰਗਦ ਦੇਵ ਸਾਹਿਬ ਬਣੇ ਜੀ। ਬੜੀ ਘਾਲਣਾ ਘਾਲੀ ਜੀ। ਉਦਣ ਅਸੀਂ ਕੇਸਗੜ੍ਹ ਸਾਹਿਬ ਸਾਂ। ਸਵੇਰ ਹੁਕਮਨਾਮੇ ਦੀ ਕਥਾ ਸੀਗੀ ਕੇਸਗੜ੍ਹ ਸਾਹਿਬ, ਆਨੰਦਪੁਰ ਸਾਹਿਬ। ਉਦਣ ਮਹਾਰਾਜ ਦਾ ਗੁਰਤਾ ਗੱਦੀ ਸੀ ਗੁਰੂ ਅਮਰਦਾਸ ਜੀ ਦਾ ਜੀ। ਬਹੁਤ ਵੱਡਾ ਕਰਮ ਅਭਿਆਸ ਕੀਤਾ ਗੁਰੂ ਅਮਰਦਾਸ ਜੀ ਨੇ ਜੀ। 12 ਸਾਲ ਇੱਕ ਰਸ ਬਿਨਾਂ ਨਾਗਾ ਸੇਵਾ ਬੜੀ ਅਹਿਮੀਅਤ ਰਖਾਉਂਦੀ ਹੈ ਜੀ। ਆਪਾਂ ਕੋਈ ਵੀ ਕੰਮ ਕਰਦੇ ਛੁੱਟੀ ਚਾਹੀਦੀ ਹੈ ਜੀ, ਨਾ ਚਾਹੁੰਦਿਆਂ ਵੀ ਛੁੱਟੀ ਹੁੰਦੀ ਹੈ ਜੀ। ਪਰ ਗੁਰੂ ਜੀ ਨੇ ਕੋਈ ਛੁੱਟੀ ਨਹੀਂ ਕੀਤੀ ਜੀ, ਸੇਵਾ ਕੀਤੀ। ਤੇ ਫਿਰ ਗੁਰੂ ਅੰਗਦ ਦੇਵ ਸਾਹਿਬ ਖੁਸ਼ ਹੋਏ ਤੇ ਗੁਰਤਾ ਗੱਦੀ ਗੁਰੂ ਅਮਰਦਾਸ ਜੀ ਨੂੰ ਦਿੱਤੀ। ਤੇ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਆਪ ਜੋਤੀ ਜੋਤ ਸਮਾਏ। ਤੇ ਵੱਡੀ ਉਮਰ ਤੇ ਗੁਰੂ ਅੰਗਦ ਦੇਵ ਜੀ ਦੀ ਵੀ ਨਹੀਂ ਹੈਗੀ ਜੀ। 40 ਤੋਂ 42 ਕੁ ਸਾਲ ਦੇ ਵਿੱਚ ਉਮਰ ਸੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ, ਜਿਹਨੂੰ ਆਪਾਂ ਜਵਾਨੀ ਦਾ ਪੀਰੀਅਡ ਕਹਿੰਦੇ ਹਾਂ ਜੀ। ਜਵਾਨੀ ਦਾ ਸਮਾਂ ਕਹਿੰਦੇ ਆ। ਤੇ ਜਵਾਨੀ ਦੇ ਸਮੇਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸਰੀਰ ਤਿਆਗ ਦਿੱਤਾ ਜੀ। ਜਵਾਨੀ ਦੇ ਸਮੇਂ ਜੀ 30 ਸਾਲਾਂ ਦਾ ਜਦੋਂ ਬੰਦਾ ਹੁੰਦਾ ਜੀ, ਉਦੋਂ ਪੂਰਾ ਸੋਹਣਾ ਬਣਦਾ ਜੀ, ਪੂਰਾ ਸੋਹਣਾ ਜੀ। 30 ਕਾ ਸੁੰਦਰ ਕਹਾਵੇ 40 ਪੁਰ ਹੋਏ। ਹਾਂਜੀ, 40 ਸਾਲਾਂ ਦੀ ਉਮਰ 'ਚ ਪੂਰਾ ਸਰੀਰ ਜਿੰਨਾ ਵਧਣਾ ਵੱਧ ਜਾਂਦਾ ਜੀ ਬਾਣੀ ਅਨੁਸਾਰ। 60 ਕੇ ਬੁਢੇ ਪਾਵੇ। ਕਈ ਅਜੇ 45 ਜਾਂ 50 ਸਾਲਾਂ ਦੇ ਹੁੰਦੇ ਤੇ ਮੈਨੂੰ ਕਹਿਣ ਲੱਗ ਪੈਂਦੇ ਜੀ ਹੁਣ ਬੁੱਢੇ ਹੋ ਗਏ ਆ। ਹਾਂਜੀ, ਤੇ ਮੈਂ ਬੇਨਤੀ ਕੀਤੀ ਭਾਈ ਬਾਣੀ 60 ਸਾਲ ਦੇ ਬੰਦੇ ਨੂੰ ਬੁੱਢਾ ਮੰਨਦੀ ਜੀ। 60 ਸਾਲ ਵਿੱਚ ਸ਼ੁਰੂ ਹੁੰਦਾ ਜੀ ਬੁਢੇਪਾ। 60 ਕੇ ਬੁਢੇਪਾ ਆਵੇ, ਬੁਢੇਪਾ ਆਉਂਦਾ ਜੀ। ਫਿਰ 70 ਤੱਕ ਜਾਂਦੇ ਆ। ਮਹਾਰਾਜ ਕਹਿੰਦੇ ਵੀ ਫਿਰ ਗੱਲਾਂ ਭੁੱਲਣ ਲੱਗ ਪੈਂਦੀਆਂ ਜੀ। 70 ਕਾ ਮਤਹੀਨ 80 ਕਾ ਵਿਵਹਾਰ ਨਾ ਪਾਵੇ, ਨਵੇਂ ਕਾ ਸਹਿਜਾਸਣੀ ਮੂਲ ਨਾ ਜਾਣੇ ਅਪ ਬਲ। 70 ਵਿੱਚ ਯਾਦਾਸ਼ਤ ਕਮਜ਼ੋਰ ਹੋਣ ਲੱਗ ਪੈਂਦੀ। 80 ਸਾਲ ਦਾ ਜਦੋਂ ਬੰਦਾ ਹੁੰਦਾ ਉਦੋਂ ਕਿਸੇ ਕੰਮ ਕਾਰ ਜੋਗਾ ਨਹੀਂ ਹੋ ਰਹਿੰਦਾ ਜੀ।
ਤੇ 90 ਦਾ ਤੇ ਮਹਾਰਾਜ ਕਹਿੰਦੇ ਸਿਰ ਜਾਸਣੀ, ਬਸ ਫਿਰ ਮੰਜੇ ਤੇ ਹੀ ਆ। ਫਿਰ ਉਹ ਗੁਰੂ ਜੀ ਦੀ ਬਾਣੀ ਕਹਿ ਰਹੀ, ਪਰ ਗੁਰਮੁਖ ਬੁੱਢੇ ਕਦੇ ਨਾਹੀ, ਜਿਨਾ ਅੰਤਰ ਸੁਰਤ ਗਿਆਨ। ਬਾਬਾ ਬੁੱਢਾ ਸਾਹਿਬ 125 ਸਾਲਾਂ ਦੇ ਹੋ ਕੇ ਸਰੀਰ ਤਿਆਗਿਆ, ਤਾਂ ਵੀ ਬੁੱਢੇ ਨਹੀਂ ਜੀ। ਅੰਦਰ ਸੁਰਤ ਗਿਆਨ ਹੈ ਜੀ। ਜਵਾਨੀ ਦੇ ਵਿੱਚ ਗੁਰੂ ਅੰਗਦ ਦੇਵ ਜੀ ਨੇ ਸਰੀਰ ਤਿਆਗ ਦਿੱਤਾ ਜੀ। ਇੰਨੇ ਸਾਲ ਹੋ ਗਏ ਸਾਡੇ ਪੰਥ ਨੂੰ, ਹਾਂਜੀ, ਅਜੇ ਤੱਕ ਅਸੀਂ ਇਹੋ ਹੀ ਨਹੀਂ ਪ੍ਰਚਾਰ ਕਰ ਸਕੇ। ਸਾਡਿਆਂ ਨੂੰ ਪਤਾ ਹੀ ਨਹੀਂ ਵੀ ਗੁਰੂ ਅੰਗਦ ਦੇਵ ਮਹਾਰਾਜ ਨੇ ਜਵਾਨੀ 'ਚ ਸਰੀਰ ਤਿਆਗਿਆ ਕਿ ਬੁਢੇਪੇ 'ਚ ਤਿਆਗਿਆ ਜੀ। ਤੇ ਮੈਨੂੰ ਮਾਫ ਕਰਿਓ, ਇਹੋ ਜਿਹੀਆਂ ਵੀ ਫੌਜਾਂ ਪੰਥ 'ਚ ਹੈਗੀਆਂ ਨੇ ਜਿਨ੍ਹਾਂ ਨੂੰ ਇਹੋ ਹੀ ਨਹੀਂ ਪਤਾ ਵੀ ਗੁਰੂ ਅੰਗਦ ਦੇਵ ਜੀ ਕੌਣ ਨੇ। ਇਹੋ ਜਿਹੇ ਵੀ ਮੈਂ ਤੁਹਾਨੂੰ ਬੰਦੇ ਵਿਖਾ ਸਕਦਾ ਜੀ। ਆਨੰਦਪੁਰ ਸਾਹਿਬ ਮੇਲੇ ਤੇ ਚਲੇ ਜਾਓ, ਤੁਹਾਨੂੰ 70% ਬੰਦੇ ਇਹੋ ਜਿਹੇ ਨਿਕਲਣਗੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਗੁਰੂ ਅੰਗਦ ਦੇਵ ਜੀ ਕੌਣ ਨੇ ਜੀ। ਅਜੇ ਅਸੀਂ ਇੰਨਾ ਹੀ ਨਹੀਂ ਪ੍ਰਚਾਰ ਕਰ ਸਕੇ ਜੀ। ਸਤਿਗੁਰਾਂ ਨੇ ਜਵਾਨੀ 'ਚ ਸਰੀਰ ਤਿਆਗਿਆ, ਕਿਸੇ ਨੂੰ ਚੇਤਾ ਹੀ ਨਹੀਂ ਸੀ ਵੀ ਮਹਾਰਾਜ ਨੇ ਸਰੀਰ ਤਿਆਗ ਦੇਣਾ ਜੀ। ਬਸ 2-3 ਦਿਨ ਪਹਿਲਾਂ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਦਿੱਤੀ ਤੇ ਆਪ ਫਿਰ ਮਹਾਰਾਜ ਬੈਠੇ ਆ, ਸਹਿਜੇ ਦੇ ਸਰੀਰ ਤਿਆਗ ਦਿੱਤਾ ਜੀ। ਬਿਲਕੁਲ ਸਹਿਜ ਮਤ ਅਵਸਥਾ 'ਚ ਆ ਕੇ ਅੱਜ ਦੇ ਦਿਨ ਖਡੂਰ ਸਾਹਿਬ ਦੀ ਧਰਤੀ ਤੇ ਸਤਿਗੁਰੂ ਜੀ ਨੇ ਸਰੀਰ ਤਿਆਗਿਆ। ਖਡੂਰ ਸਾਹਿਬ ਸੰਗਤਾਂ ਜਾਂਦੀਆਂ ਨੇ, ਪਰ ਪਤਾ ਨਹੀਂ ਹੁੰਦਾ ਜੀ। ਜਿਹੜਾ ਖਡੂਰ ਸਾਹਿਬ ਦਰਬਾਰ ਸਾਹਿਬ ਹੈ ਨਾ ਜੀ, ਦਰਬਾਰ ਸਾਹਿਬ ਤੁਸੀਂ ਵੇਖੋ, 2 ਪ੍ਰਕਾਸ਼ ਨੇ ਖਡੂਰ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ। ਇੱਕ ਬਾਹਰ ਹੈ ਜੀ ਸਤਿਗੁਰੂ ਜੀ ਦਾ ਪ੍ਰਕਾਸ਼, ਉਹਦੇ ਸਾਹਮਣੇ ਰਾਗੀ ਸਿੰਘ ਕੀਰਤਨ ਕਰਦੇ। ਇੱਕ ਸਾਹਮਣੇ ਅੰਦਰ ਹੈਗਾ ਜੀ, ਅੰਦਰ ਹੈਗਾ, ਉੱਥੇ ਪਜਾਮਾ ਪਾ ਕੇ ਨਹੀਂ ਕੋਈ ਜਾਂਦਾ ਜੀ। ਉਹ ਥੜਾ ਹੈ ਜੀ, ਉਹ ਥਾਂ ਹੈ ਜਿੱਥੇ ਗੁਰੂ ਅੰਗਦ ਦੇਵ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ ਜੀ। ਉਹ ਥਾਂ ਹੈ ਸਤਿਗੁਰੂ ਜੀ ਦਾ ਅੰਗੀਠਾ ਸਾਹਿਬ ਆ ਜੀ ਉਹ ਜੀ। ਪਰ ਗਿਆਨ ਦੀ ਅਵਸਥਾ ਵਿੱਚ ਅਸੀਂ ਕਹਿ ਸਕਦੇ ਹਾਂ ਵੀ ਗੁਰੂ ਅੰਗਦ ਦੇਵ ਜੀ ਨੇ ਸਰੀਰ ਨਹੀਂ ਤਿਆਗਿਆ। ਬਾਹਰਲੀ ਅਵਸਥਾ 'ਚ ਅਸੀਂ ਕਹਿ ਸਕਦੇ ਹਾਂ ਅੱਜ ਦੇ ਦਿਨ ਮਹਾਰਾਜ ਨੇ ਜੋਤੀ ਜੋਤ ਸਮਾਉਣਾ ਕੀਤਾ, ਪਰ ਗਿਆਨ ਦੀ ਅਵਸਥਾ 'ਚ ਇਹ ਵੀ ਕਹਿ ਸਕਦੇ ਵੀ ਗੁਰੂ ਜੀ ਕਿਤੇ ਨਹੀਂ ਗਏ ਜੀ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸੀ ਪੁਰਖ ਹੈ ਜੋ ਸਭ ਮਹਿ ਰਹਿਆ ਸਮਾਏ। ਗੁਰੂ ਤਾਂ ਸਦਾ ਹੀ ਹੈ ਜੀ, ਗੁਰੂ ਸਦਾ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸੀ ਪੁਰਖ ਹੈ। ਗੁਰੂ ਅੰਗਦ ਦੇਵ ਜੀ ਅਬਿਨਾਸੀ ਨੇ। ਉਹਨਾਂ ਦਾ ਅੰਦਰ ਜਿਹੜਾ ਹੈ ਨਾ ਜੀ, ਸਰੀਰ ਦਾ ਸੰਸਕਾਰ ਹੋ ਗਿਆ, ਅੰਦਰ ਵਾਲਾ ਜੀਵ ਅਬਿਨਾਸੀ ਹੈ, ਅੰਦਰ ਵਾਲੀ ਜੋਤ ਅਬਿਨਾਸੀ ਹੈ। ਜਿਹਨੂੰ ਅੰਦਰ ਵਾਲੀ ਜੋਤ ਨੂੰ ਜਪਣ ਵਾਸਤੇ 10ਵੇਂ ਪਾਤਸ਼ਾਹ ਕਹਿੰਦੇ ਆ, ਜਾਗਤ ਜੋਤ ਜਪੈ ਨਿਸ ਬਾਸੁਰ, ਜਾਗਤ ਜੋਤ ਜਪੈ ਨਿਸ ਬਾਸੁਰ, ਜਾਗਤ ਜੋਤ ਜਪੈ ਨਿਸ ਬਾਸੁਰ, ਜਾਗਤ ਜੋਤ ਜਪੈ ਨਿਸ ਬਾਸੁਰ। ਤੇ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ ਇਹ ਕਹਿੰਦੇ ਸੀ, ਧਾਰਨਾ ਲਾਉਂਦੇ ਸੀ, ਜਪੋ ਖਾਲਸਾ ਜੀ ਤੁਸੀਂ ਜਾਗਦੀ ਜੋਤ ਨੂੰ। ਗੁਰੂ ਅੰਗਦ ਦੇਵ ਜੀ ਅਬਿਨਾਸੀ ਨੇ ਜੀ, ਉਹ ਅਬਿਨਾਸੀ ਪੁਰਖ ਹੈ, ਅਬਿਨਾਸੀ ਜਿਹੜਾ ਕਦੀ ਨਾਸ ਨਾ ਹੋਵੇ ਜੀ, ਜੋ ਸਭ ਮਹਿ ਰਹਿਆ ਸਮਾਏ। ਸਤਿਗੁਰੂ ਜੀ ਦਾ ਬੜਾ ਵੱਡਾ ਇਤਿਹਾਸ, ਗੁਰੂ ਅੰਗਦ ਦੇਵ ਜੀ ਦੀ ਬੜੀ ਵੱਡੀ ਕਥਾ। ਅੱਜ ਆਪਾਂ ਦੋਹਰਾ ਸਵਈਆ ਆਏਗਾ ਗੁਰੂ ਅੰਗਦ ਦੇਵ ਜੀ ਦਾ, ਉਹ ਸੁਣਾਂਗੇ। ਜਿਸ ਗ੍ਰੰਥ ਦੀ ਤੁਸੀਂ ਰੋਜ਼ ਕਥਾ ਸੁਣਦੇ ਹੋ, ਇਸ ਗ੍ਰੰਥ ਦਾ ਨਾਮ ਹੈ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ। ਗੁਰੂ ਜੀ ਦਾ ਜਿਹੜਾ ਪ੍ਰਤਾਪ ਹੈ ਉਹ ਸੂਰਜ ਵਰਗਾ ਹੈਗਾ ਜੀ। ਸੂਰਜ ਚੜ੍ਹੇ ਸਭ ਨੂੰ ਪਤਾ ਲੱਗ ਜਾਂਦਾ ਵੀ ਸੂਰਜ ਚੜ੍ਹ ਗਿਆ ਜੀ।
ਸੂਰਜ ਸਾਡੀ ਜ਼ਿੰਦਗੀ ਦਾ ਆਧਾਰ ਹੈਗਾ ਜੀ। ਜੇ ਸੂਰਜ ਨਾ ਹੋਵੇ ਤੇ ਸਾਧ ਸੰਗਤ ਜੀ ਐਡਾ ਵੱਡਾ ਸੰਸਾਰ ਇੰਨੀ ਪ੍ਰਗਤੀ ਨਾ ਕਰੇ ਜੀ। ਸਭ ਪਾਸੇ ਹਨੇਰਾ ਹੀ ਹਨੇਰਾ ਹੋਵੇ ਜੀ, ਹਨੇਰਾ ਹੀ ਹਨੇਰਾ ਹੋਵੇ ਜੀ। ਉਹ ਮਹਾਰਾਜ 10ਵੇਂ ਪਾਤਸ਼ਾਹ ਦੇ 14 ਲੰਗਰ ਸੀ ਅਨੰਦਪੁਰ ਸਾਹਿਬ 'ਚ, ਤੇ ਪਰਮਾਨੰਦ ਪੰਡਤ ਸੀ, ਵਿਦਵਾਨ ਸੀ, ਉਹ ਕਥਾ ਕਰਦਾ ਹੁੰਦਾ ਸੀ। ਜਦੋਂ ਉਹਨੇ ਕਥਾ ਕਰਨੀ ਤੇ 14 ਲੰਗਰ ਹੀ ਖਾਲੀ ਹੋ ਜਾਂਦੇ ਸੀਗੇ, ਸਾਰੇ ਉਹਦੀ ਕਥਾ ਸੁਣਦੇ ਹੁੰਦੇ ਸੀਗੇ। ਉਹ ਕਹਿੰਦਾ ਖਾਲਸਾ ਜੀ ਆਕਾਸ਼ 'ਚੋਂ ਸੂਰਜ ਕੱਢ ਦਿਓ, ਕੀ ਬਚੇਗਾ? ਉਹ ਇੱਕ ਨਿਹੰਗ ਸਿੰਘ ਉੱਠਿਆ, ਕਹਿੰਦਾ ਜੇ ਆਕਾਸ਼ 'ਚੋਂ ਸੂਰਜ ਹੀ ਕੱਢਤਾ ਤੇ ਬਚਣਾ ਹੀ ਕੁਝ ਨਹੀਂ। ਉਹ ਕਹਿੰਦਾ ਦੁਨੀਆ ਦੇ, ਫਿਰ ਉਹ ਵਿਦਵਾਨ ਕਹਿਣ ਲੱਗਾ, ਕਹਿੰਦਾ ਦੁਨੀਆ ਦੇ ਸਾਰੇ ਧਰਮਾਂ ਦੇ ਇਤਿਹਾਸ ਇਕੱਠੇ ਕਰ ਲਓ, ਉਹਦੇ ਵਿੱਚੋਂ ਬਾਜਾਂ ਵਾਲੇ ਨੂੰ ਕੱਢ ਦਿਓ, ਬਚਣਾ ਤਾਂ ਵੀ ਕੱਖ ਨਹੀਂ। ਮਹਾਰਾਜ ਏਡੇ ਵੱਡੇ 10ਵੇਂ ਪਾਤਸ਼ਾਹ। ਸੂਰਜ ਹੀ ਹੈ, ਗੁਰੂ ਜੀ ਦਾ ਪ੍ਰਤਾਪ ਸੂਰਜ ਵਰਗਾ। ਦੁਨੀਆ ਨੂੰ ਪਤਾ ਲੱਗਾ ਜੀ, ਉੱਤਰ ਦੱਖਣ ਹੈ ਪੂਬਿਆਰ ਪੱਛਮ, ਜੈ ਜੈਕਾਰ ਜਪੰਥ ਨਰਾ। ਭੱਟ ਜੀ ਲਿਖਦੇ ਆ ਜੀ, ਭੱਟ ਜੀ ਲਿਖਦੇ ਜੀ। ਇਹ ਸੂਰਜ ਦੀਆਂ 12 ਰਾਸਾਂ ਹੁੰਦੀਆਂ ਨੇ ਜੀ। ਇੱਕ ਰਾਸ ਤੋਂ ਦੂਜੀ ਰਾਸ ਵਿੱਚ ਜਦੋਂ ਜਾਂਦਾ ਉਦੋਂ ਸੰਗਰਾਂਦ ਹੁੰਦੀ ਹੈ ਜੀ। 12 ਰਾਸਾਂ ਨੇ। ਇਸ ਗ੍ਰੰਥ ਦੀਆਂ ਵੀ 12 ਰਾਸਾਂ ਨੇ ਜੀ। ਤੇ ਪਿਛਲੇ ਦਿਨੀ 6 ਰਾਸਾਂ ਸੰਪੂਰਨ ਹੋਈਆਂ। ਜੋ ਇਹ ਕਥਾ ਸੁਣੈ ਮਨ ਲਾਏ, ਜਨਮ ਮਰਨ ਸੰਕਟ ਮਿਟ ਜਾਏ। ਜੋ ਗੁਰ ਦੇ ਉਪਦੇਸ਼ ਮਹਾਨ, ਸੋ ਕਰਤ ਭਵ ਮਹਿ ਕਲਿਆਣ। ਸਤ ਨਾਮ ਸਿਮਰਹਿ ਦਿਨ ਰੈਨ, ਮਨ ਸ਼ਾਂਤੀ ਤਨ ਉਪਜਹਿ ਚੈਨ। ਸਿੱਖੀ ਪਦ ਜਿਨ ਧਾਰਨ ਕੀਨ, ਆਤਸ਼ੈ ਪਰਮ ਮੁਕਤ ਤਿਸ ਲੀਨ। 6 ਰਾਸਾਂ ਪੂਰੀਆਂ ਹੋਈਆਂ। ਅੱਜ 7ਵੀਂ ਰਾਸ ਆਰੰਭ ਹੋ ਰਹੀ ਹੈ, ਉਹਦੀ ਹੁਣ ਕਥਾ ਆਰੰਭ ਹੋਣ ਲੱਗੀ ਹੈ। ਬੜੇ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਕਥਾ ਸੁਣੋ। ਭਾਈ ਸੰਤੋਖ ਸਿੰਘ ਜੀ ਨੇ ਕਮਾਲ ਕੀਤੀ ਜੀ। ਜਿਵੇਂ ਜਿਵੇਂ ਸੂਰਜ ਚੱਲਦਾ ਉਵੇਂ ਉਵੇਂ ਇਹ ਗ੍ਰੰਥ ਚੱਲਦਾ ਹੈ ਜੀ। 6 ਰਾਸਾਂ ਨੇ ਵਾਹਿਗੁਰੂ, 12 ਰਾਸਾਂ ਨੇ, 6 ਰੁੱਤਾਂ ਨੇ ਜੀ। 6 ਰੁੱਤਾਂ। ਅੱਜ ਕੱਲ੍ਹ ਪਤਝੜ ਚੱਲ ਰਿਹਾ ਜੀ। ਹਾਂਜੀ, ਉਹ ਤੁਸੀਂ ਵੇਖ ਲਓ, ਪਤਝੜ, ਪੱਤੇ ਝੜ ਰਹੇ ਨੇ। ਪਤਝੜ ਰੁੱਤ ਹੈ, ਲੰਘਿਆ ਉਂਝ ਬਸੰਤ ਹੈ, ਪਰ ਸਮੇਂ ਨਾਲ ਫਰਕ ਪੈ ਜਾਂਦਾ ਜੀ। ਹੁਣ ਮੁੜ ਖੇੜਾ ਆਏਗਾ ਜੀ, ਰੁੱਖਾਂ ਦੇ ਉੱਤੇ ਮੁੜ ਖੇੜਾ ਆਏਗਾ, ਪੱਤੇ ਝੜ ਗਏ ਜੀ। 6 ਰੁੱਤਾਂ ਨੇ, ਇਸ ਗ੍ਰੰਥ ਦੀਆਂ ਵੀ 6 ਰੁੱਤਾਂ ਨੇ ਜੀ। ਸੋ ਅੱਜ 7ਵੀਂ ਰਾਸ ਆਰੰਭ ਹੋ ਰਹੀ ਹੈ, ਉਹਦੀ ਕਥਾ ਸੁਣੋ। ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨਵੀਂ ਰਾਸ ਆਰੰਭ ਕਰਨ ਲੱਗੇ ਗੁਰੂ ਜੀ ਦੀ ਬਾਣੀ ਤੋਂ ਜੀ। ਬਾਣੀ ਦਾ ਇਹ ਮੰਗਲ ਹੈ। ਕੁਝ ਵਿਦਵਾਨ 523 ਵਾਰ ਕਹਿੰਦੇ ਆ, ਕੁਝ 24 ਵਾਰ ਕਹਿੰਦੇ ਆ ਜੀ। 524 ਕੁ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਮੰਗਲ ਆਇਆ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਬੜੇ ਪ੍ਰਚਾਰ ਦੀ ਲੋੜ ਹੈਗੀ ਜੀ। ਅਜੇ ਤੱਕ ਪੰਥ ਨੂੰ ਇੱਕ ਓੰਕਾਰ ਨਹੀਂ ਬੋਲਣਾ ਆਇਆ ਜੀ। ਸਾਡਾ ਪਹਿਲਾ ਸਿਧਾਂਤ ਹੈ, ਬਹੁਤ ਸਾਰਿਆਂ ਨੂੰ ਸੁਣ ਲਓ, ਇੱਕ ਓੰਕਾਰ ਸ਼ੁੱਧ ਨਹੀਂ ਬੋਲਣਗੇ ਜੀ ਉਹ ਜੀ। ਵਾਹਿਗੁਰੂ ਇੱਕ ਹੈ, ਗੁਰੂ ਦੀ ਪ੍ਰਾਪਤੀ ਗੁਰੂ ਨੇ ਪ੍ਰਾਪਤ ਕਰਾਉਣਾ ਜੀ। ਉਹ ਗੁਰੂ ਦੀ ਕਿਰਪਾ ਨਾਲ ਉਹਦੀ ਪ੍ਰਾਪਤੀ ਹੋਣੀ ਹੈ ਜੀ। ਕੱਲ੍ਹ ਅਸੀਂ ਸੁਲਤਾਨਪੁਰ ਲੋਧੀ ਗਏ ਤੇ ਉੱਥੇ ਇੱਕ ਗੁਰਮੁਖ ਪਿਆਰੇ ਨੇ ਬਹੁਤ ਸੋਹਣਾ ਬਚਨ ਸੁਣਾਇਆ ਜੀ। ਕਹਿੰਦੇ ਗੁਰਦੁਆਰਾ, ਇਹਦਾ ਅਰਥ ਕੀ ਹੈ ਗਿਆਨੀ ਜੀ? ਮੈਂ ਕਿਹਾ ਜੀ ਗੁਰੂ ਦਾ ਦੁਆਰਾ, ਸਿੱਧੇ ਅਰਥ ਹੈਗੇ ਆ। ਕਹਿੰਦਾ ਵੀ ਮੈਨੂੰ ਹੈਦਰਾਬਾਦ ਦਾ ਹਿੰਦੂ ਬੰਦਾ ਅਰਥ ਦੱਸ ਕੇ ਗਿਆ ਸੀ ਗੁਰਦੁਆਰਾ। ਉਹ ਜਦੋਂ ਉੱਥੇ ਆਇਆ
ਨੇਤਰ ਬੰਦ ਹੋ ਗਏ, ਸਮਾਧੀ ਲੱਗ ਗਈ। ਪੌਣਾ ਘੰਟਾ ਉਹਨੇ ਅੱਖਾਂ ਹੀ ਨਾ ਖੋਲੀਆਂ, ਉਹਦੇ ਅੰਦਰ ਨੂੰ ਸ਼ਾਂਤੀ ਮਿਲੀ, ਚੈਨ ਮਿਲਿਆ, ਐਨਰਜੀ ਮਿਲੀ। ਕਹਿੰਦਾ ਉਹਨੇ ਗੁਰਦੁਆਰੇ ਦੇ ਅਰਥ ਕੀਤੇ। ਗੁਰਦੁਆਰਾ, ਗੁਰੂਦੁਆਰਾ ਭਾਵ ਗੁਰੂ ਦੇ ਰਾਹੀਂ। ਆਪਾਂ ਕਹਿੰਦੇ ਆਹ ਕੰਮ ਇਹਦੇ ਰਾਹੀਂ ਹੋਇਆ ਜੀ, ਇਹ ਕੰਮ ਇਹਦੇ ਰਾਹੀਂ ਹੋਇਆ। ਗੁਰੂਦੁਆਰਾ, ਗੁਰੂ ਦੇ ਰਾਹੀਂ ਆਤਮਾ ਦੀ ਪ੍ਰਮਾਤਮਾ ਨਾਲ ਮੇਲ ਹੋਣਾ। ਕਿਹਦੇ ਦੁਆਰਾ? ਗੁਰੂਦੁਆਰਾ ਜੀ। ਅਸਲ 'ਚ ਗੁਰਦੁਆਰਾ ਹੈ ਹੀ ਇਸੇ ਕੰਮ ਲਈ ਹੈ ਜੀ। ਗੁਰੂਦੁਆਰਾ ਆਤਮਾ ਤੇ ਪ੍ਰਮਾਤਮਾ ਦਾ ਮੇਲ ਹੋਣਾ, ਉਹੋ ਹੀ ਗੁਰੂਦੁਆਰਾ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਦੀ ਪ੍ਰਾਪਤੀ ਕਿਹਦੇ ਰਾਹੀਂ ਹੋਣੀ ਹੈ? ਗੁਰੂ ਰਾਹੀਂ ਹੋਣੀ ਹੈ ਜੀ। ਹਾਂਜੀ। ਸਤਵੀਂ ਰਾਸ ਅਧਿਆਇ ਪਹਿਲਾ। ਸਤਵੀਂ ਰਾਸ ਹੈ, ਅੱਠ ਦਾ ਅਰਥ ਹੁੰਦਾ ਹੁਣ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਕਥਾ ਸੁਣਨ ਵਾਲੇ ਸਰੋਤਿਓ, ਹੁਣ ਸਤਵੀਂ ਰਾਸ ਆਰੰਭ ਹੁੰਦੀ ਹੈ। ਪਹਿਲਾ ਅਧਿਆਇ ਹੈ ਮੰਗਲਾਚਰਨ। ਕਹਿਣ ਲੱਗੇ ਇਹਦੇ 'ਚ ਇੱਕ ਤਾਂ ਮੰਗਲਾਚਰਨ ਮੈਂ ਲਿਖਾਂਗਾ ਗੁਰੂ ਜੀ ਦੇ। ਹਾਂਜੀ। ਸੂਰਜ ਮਲ ਕੀ ਸਗਾਈ। ਦੂਜਾ ਬਾਬਾ ਸੂਰਜ ਮਲ ਜੀ ਦੀ ਸਗਾਈ ਵੀ ਲਿਖਾਂਗਾ, ਉਹਨਾਂ ਦੀ ਸਗਾਈ ਕਿਵੇਂ ਹੋਈ। ਚਿੱਤਰਪਦਾ ਛੰਦ। ਪਾਰ ਪਰੇ ਜਗ ਸਾਗਰ ਤੇ, ਉਰ ਤੇ ਪਰਦਾ ਬ੍ਰਹਮ ਕੋ ਸਭ ਪਾਰ। ਸਤਵੀਂ ਰਾਸ ਦੀ ਆਰੰਭਤਾ ਤੇ ਭਾਈ ਸੰਤੋਖ ਸਿੰਘ ਜੀ 10 ਗੁਰੂਆਂ ਦਾ ਮੰਗਲ ਲਿਖਦੇ ਹੈ ਜੀ। ਹਰ ਸਿੱਖ ਨੂੰ ਚਾਹੀਦਾ ਬਿਨ ਨਾਗਾ 10 ਗੁਰੂਆਂ ਨੂੰ ਚੇਤੇ ਕਰਿਆ ਕਰੇ ਜੀ। ਬਿਨ ਨਾਗਾ ਜੀ। ਗੁਰੂ ਨਾਨਕ ਸਾਹਿਬ ਜੀ ਤੋਂ ਸ਼ੁਰੂ ਹੋ ਜੇ, ਬਾਜਾਂ ਵਾਲੇ ਸਤਿਗੁਰੂ ਤੱਕ ਦਾ ਨਾਮ ਲਵੇ ਜੀ। ਹੁਣ ਉਹ ਗੁਰੂ ਨਾਨਕ ਸਾਹਿਬ ਜੀ ਦਾ ਪਹਿਲਾਂ ਮੰਗਲ ਕਰਦੇ। ਚਿੱਤਰਪਦਾ ਛੰਦ, ਇਹ ਛੰਦ ਹੈ, ਛੰਦ ਦਾ ਨਾਮ ਹੈ। ਜਿਹੜੇ ਕਾਵ ਜਾਣਦੇ ਆ ਉਹਨਾਂ ਨੂੰ ਇਸ ਛੰਦ ਬਾਰੇ ਪਤਾ ਜੀ। ਕਹਿੰਦੇ ਪਾਰ ਪਰੇ ਜਗ ਸਾਗਰ ਤੇ, ਉਰ ਤੇ ਪਰਦਾ ਬ੍ਰਹਮ ਕੋ ਸਭ ਪਾਰ। ਉਹ ਮਨੁੱਖ ਸੰਸਾਰ ਸਾਗਰ ਤੋਂ ਪਾਰ ਹੋ ਗਏ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਆ ਗਏ ਜੀ। ਉਹਨਾਂ ਦੇ ਅੰਦਰ ਦੇ ਭਰਮ ਦੂਰ ਹੋ ਗਏ ਜੀ। ਭਰਮ ਨਹੀਂ ਟਿਕਣ ਦਿੰਦਾ ਸੰਗਤ ਜੀ, ਭਰਮ ਨਹੀਂ ਟਿਕਣ ਦਿੰਦਾ। ਭਰਮ ਪੈ ਜਾਵੇ ਸਾਈਂ ਜੀ, ਕਿਸੇ ਬੰਦੇ ਬਾਰੇ ਭਰਮ ਪੈ ਜਾਵੇ ਵੀ ਇਹ ਬੰਦਾ ਮਾੜਾ ਹੈਗਾ ਜੀ, ਉਹ ਲੱਖ ਵਾਰ ਚੰਗਾ ਹੋ ਕੇ ਵਿਖਾਵੇ, ਸਾਨੂੰ ਮਾੜਾ ਹੀ ਲੱਗੇਗਾ ਜੀ। ਇਸੇ ਤਰ੍ਹਾਂ ਮਾਇਆ ਦਾ ਭਰਮ ਹੈ ਜੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਗੁਰੂ ਨਾਨਕ ਦੇਵ ਜੀ ਦੇ ਜਿਹੜਾ ਚਰਨਾਂ ਵਿੱਚ ਆਇਆ, ਸ਼ਰਨ 'ਚ ਜਿਹੜੇ ਆ ਗਏ, ਸੰਸਾਰ ਤੋਂ ਪਾਰ ਹੋ ਗਏ ਜੀ। ਫਿਰ ਉਹਨਾਂ ਦੇ ਭਰਮ ਦੇ ਪਰਦੇ ਟੁੱਟ ਗਏ ਜੀ, ਖਤਮ ਹੋ ਗਏ ਜੀ। ਉਹਨਾਂ ਵਿੱਚ ਭਰਮ ਨਹੀਂ ਰਿਹਾ ਜੀ। ਸਭ ਤੋਂ ਵੱਡਾ ਭਰਮ ਕੀ ਹੈ? ਭੱਬਾ ਭਰਮ ਮਿਟਾਵਹੁ ਆਪਣਾ, ਇਹ ਸੰਸਾਰ ਸਗਲ ਹੈ ਸੁਪਨਾ। ਜਿਹੜਾ ਚਿੱਤਰਪਦਾ ਛੰਦ ਹੈ ਨਾ ਜੀ, ਇਹਦੇ 'ਚ ਜਿਹੜੇ ਅੱਖਰ ਤੋਂ ਪਹਿਲੀ ਲਾਈਨ ਸ਼ੁਰੂ ਕਰੀਏ, ਬਾਕੀ ਲਾਈਨਾਂ ਵੀ ਉਸੇ ਅੱਖਰ ਤੋਂ ਸ਼ੁਰੂ ਕਰੀ ਦੀਆਂ ਜੀ। ਚਿੱਤਰਪਦਾ ਛੰਦ 'ਚ ਭਾਈ ਸੰਤੋਖ ਸਿੰਘ ਜੀ ਨੇ ਬਾਕੀ ਲਾਈਨਾਂ ਵੀ ਉਸੇ ਪੱਪੇ ਤੋਂ ਹੀ ਸ਼ੁਰੂ ਕੀਤੀਆਂ ਜੀ। ਪਾਰ ਪਰੇ ਪੱਪੇ ਤੋਂ ਸ਼ੁਰੂ ਹੋਇਆ, ਅਗਲੀ ਲਾਈਨ ਵੀ ਪੱਪੇ ਤੋਂ ਸ਼ੁਰੂ ਕਰਨਗੇ। ਪਾਰਦ ਕੇ ਸਮਝੋ ਮਨ ਚੰਚਲ। ਜਿਹੜਾ ਮਨ ਹੈ ਪਾਰੇ ਵਾਂਗੂ ਚੰਚਲ ਹੈਗਾ ਜੀ। ਪਾਰਦ ਦਾ ਅਰਥ ਹੈ ਇੱਥੇ ਪਾਰਾ, ਤੇ ਤੁਸੀਂ ਪਾਰਾ ਤਾਂ ਵੇਖਿਆ ਹੀ ਹੋਏਗਾ ਜੀ। ਪਾਰਾ ਨਹੀਂ ਟਿਕਦਾ ਜੀ। ਡਾਕਟਰ ਗੰਡਾ ਸਿੰਘ ਜੀ, ਪਾਰਾ ਵੇਖਿਆ ਨਾ ਜੀ, ਤੁਹਾਡੀ ਲਾਈਨ ਹੈ। ਪਾਰਾ ਨਹੀਂ ਟਿਕਦਾ ਜੀ, ਕਦੀ ਐ ਨੂੰ ਜਾਂਦਾ, ਕਦੀ ਐ ਨੂੰ ਜਾਂਦਾ। ਤੁਸੀਂ ਪਾਰੇ ਨੂੰ ਨੱਪਣ ਦੀ ਕੋਸ਼ਿਸ਼ ਕਰੋ, ਉਹ ਨਹੀਂ ਨੱਪਿਆ ਜਾਂਦਾ ਜੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਮਨ ਜਿਹੜਾ ਨਾ, ਇਹ ਵੀ ਪਾਰੇ ਵਰਗਾ ਹੈਗਾ ਜੀ। ਪ੍ਰੈਕਟੀਕਲ ਕਰਨਾ ਹੋਵੇ ਤਾਂ ਅੱਖਾਂ ਬੰਦ ਕਰਕੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰੋ, ਇਹ ਨਹੀਂ ਟਿਕੇਗਾ ਜੀ, ਮਨ ਨਹੀਂ ਟਿਕੇਗਾ ਜੀ। ਪਾਰਦ ਕੇ ਸਮਝੋ ਮਨ ਚੰਚਲ, ਇਹ ਜਿਹੜਾ ਮਨ ਹੈ, ਜਿਨ੍ਹਾਂ ਦੇ ਮਨ ਕਹਿ ਲਈਏ
ਪਾਰੇ ਵਾਂਗੂ ਚੰਚਲ ਨੇ ਜੀ, ਟਿਕਦੇ ਨਹੀਂ ਜੀ। ਹਾਂਜੀ, ਤਾਂ ਮਹਿ ਮੂਲ ਬੇਕਾਰ ਉਪਾਰ। ਕਹਿੰਦੇ ਉਹਨਾਂ ਮਨਾਂ ਵਿੱਚ, ਹੁਣ ਮਨ ਕਿਉਂ ਚੰਚਲ ਹੈਗਾ ਜੀ? ਇਹਦੇ 'ਚ ਵਿਕਾਰ ਹੈਗੇ ਆ ਜੀ। ਮਨ ਇਸ ਕਰਕੇ ਚੰਚਲ ਹੈ, ਪਰ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ 'ਚ ਆ ਗਏ ਨਾ ਜੀ, ਗੁਰੂ ਨਾਨਕ ਸਾਹਿਬ ਨੇ ਉਹਨਾਂ ਦੇ ਅੰਦਰੋਂ ਵਿਕਾਰ ਜੜੋਂ ਹੀ ਕੱਢ ਦਿੱਤੇ ਜੀ। ਨੂਰ ਸ਼ਾਹ ਜਾਦੂਗਰਨੀ, ਇੱਕ ਮੈਂ ਉਦਾਹਰਣ ਦੇ ਦਿਆਂ ਫਿਰ ਅੱਗੇ ਚੱਲਾਂਗੇ। ਨੂਰ ਸ਼ਾਹ ਜਾਦੂਗਰਨੀ ਬੰਗਾਲ ਦੇ ਇਲਾਕੇ ਵਿੱਚ ਇੱਕ ਪਾਸੇ ਰਹਿੰਦੀ ਸੀਗੀ। ਬੜੇ ਉਹਨੇ ਉਪੱਦਰ ਚੁੱਕੇ ਜੀ। ਭਾਈ ਮਰਦਾਨਾ ਜੀ ਦੇ ਗਲ 'ਚ ਤਬੀਤ ਪਾ ਕੇ ਭੇਡੂ ਹੀ ਬਣਾ ਲਿਆ ਉਹਨਾਂ ਨੂੰ ਜੀ। ਬੜੀ ਉਹਦੀ ਧੌਂਸ ਸੀਗੀ ਜੀ। ਲੋਕ ਡਰਦੇ ਸੀਗੇ ਨੂਰ ਸ਼ਾਹ ਜਾਦੂਗਰਨੀ ਤੋਂ ਜੀ। ਹਾਂਜੀ, ਪਰ ਗੁਰੂ ਨਾਨਕ ਸਾਹਿਬ ਨੇ ਮਿਹਰ ਕੀਤੀ, ਨੂਰ ਸ਼ਾਹ ਜਾਦੂਗਰਨੀ ਨੂੰ ਸੰਤ ਨੂਰ ਸ਼ਾਹ ਬਣਾ ਦਿੱਤਾ ਜੀ। ਜਿਹੜੀ ਲੋਕਾਂ ਨੂੰ ਜਾਦੂ ਕਰ ਕਰਕੇ ਕਰਦੀ ਸੀ ਨਾ ਤੰਗ, ਮਹਾਰਾਜ ਕਹਿੰਦੇ ਨੂਰ ਸ਼ਾਹ ਧਰਮਸ਼ਾਲਾ ਬਣਾ। ਉਹਨੇ ਧਰਮਸ਼ਾਲਾ ਬਣਾਈ, ਸਵੇਰੇ ਸ਼ਾਮ ਖੜਤਾਲਾਂ ਵਜਾਉਣ ਤੇ ਲਾਤਾ ਮਹਾਰਾਜ ਨੇ ਉਹਨੂੰ ਜੀ। ਵਕਾਰ ਉਹਦੇ ਅੰਦਰੋਂ ਜੜੋਂ ਪੁੱਟ ਦਿੱਤੇ ਗੁਰੂ ਨਾਨਕ ਸਾਹਿਬ ਜੀ ਨੇ। ਹਾਂਜੀ, ਪਾਰਨ ਪ੍ਰੇਮ ਕਰੋ ਗੁਰ ਨਾਨਕ, ਜੇ ਸ਼ਰਨਾਗਤ ਕੇ ਪ੍ਰਤ ਪਾਰ। ਕਹਿਣ ਲੱਗੇ ਗੁਰੂ ਨਾਨਕ ਦੇਵ ਸਾਹਿਬ ਸ਼ਰਨ ਆਇਆਂ ਨੂੰ ਪਾਲਦੇ ਨੇ। ਇਸ ਕਰਕੇ ਸਿੱਖੋ, ਆਪਣੇ ਮਨ 'ਚ ਗੁਰੂ ਨਾਨਕ ਦਾ ਪ੍ਰੇਮ ਪਾਲੋ, ਭਾਵ ਪ੍ਰੇਮ ਪੈਦਾ ਕਰੋ ਆਪਣੇ ਮਨ 'ਚ। ਹਾਂਜੀ, ਪਾਰਸ ਜਿਉ ਛੋਏ ਜਾਤ ਜਿਨੈ ਸਮ, ਲੋਹ ਜੋ ਕੰਚਨ ਹੋਏ ਅਪਾਰ। ਪਾਰਸ ਜੋ ਛੂਏ ਜਾਤ ਜਿਨੈ ਸਮ, ਲੋਹ ਜੋ ਕੰਚਨ ਹੋਏ ਅਪਾਰ। ਜਿਵੇਂ ਲੋਹੇ ਨੂੰ ਪਾਰਸ ਛੋਹ ਜਾਵੇ, ਉਹਨੂੰ ਸੋਨਾ ਬਣਾ ਦਿੰਦਾ। ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਮਿਲੀ, ਗੁਰੂ ਨਾਨਕ ਸਾਹਿਬ ਨੇ ਨਿਹਾਲ ਕਰ ਦਿੱਤੇ ਜੀ। ਉਹ ਗੱਜ ਕੇ ਆਖੋ ਵਾਹਿਗੁਰੂ। ਉਹਨਾਂ ਦੇ ਪੰਥ ਚੱਲ ਗਏ ਜੀ ਅੱਗੋਂ ਜੀ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਮਿਲੀ ਜੀ। ਮਤਲਬ ਮਹਾਰਾਜ ਨੇ ਕਮਾਲ ਕਰ ਦਿੱਤੀ ਜੀ ਉਹਨਾਂ ਬਾਰੇ ਜੀ, ਕਮਾਲ ਕਰ ਦਿੱਤੀ ਜੀ। ਹਾਂਜੀ, ਦੋਹਰਾ ਬੰਦ ਨਾ ਪਰਹਿ ਸਬੰਧ ਹੋਏ, ਸ਼੍ਰੀ ਅੰਗਦ ਪਦ ਬੰਦ। ਕਹਿੰਦੇ ਮੈਂ 7ਵੀਂ ਰਾਸ ਆਰੰਭ ਕਰਦਾ, ਗੁਰੂ ਨਾਨਕ ਸਾਹਿਬ ਜੀ ਤੁਹਾਡੇ ਚਰਨਾਂ 'ਚ ਮੱਥਾ ਟੇਕਦਾ। ਹੁਣ ਗੁਰੂ ਅੰਗਦ ਦੇਵ ਜੀ ਦਾ ਜ਼ਿਕਰ ਕਰਦੇ। ਬੰਦ ਨਾ ਪਰਹਿ ਸਬੰਧ ਹੋਏ, ਗੁਰ ਅੰਗਦ ਪਦ ਬੰਦ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਸੰਗਤ ਜੀ ਬੰਦ ਨਾ ਪਰਹਿ ਸਬੰਧ ਹੋਏ, ਸ਼੍ਰੀ ਅੰਗਦ ਪਗ ਬੰਦ। ਜਿਹੜਾ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਤੇ ਪੈ ਜਾਵੇ, ਉਹਦੇ ਫਿਰ ਬੰਧਨ ਟੁੱਟ ਜਾਂਦੇ ਨੇ ਜੀ। ਬੰਧਨ ਕੀ ਨੇ? ਰੁਕਾਵਟਾਂ ਨੇ ਜੀ। ਕੋਈ ਕੰਮ ਕਰਦੇ ਸਿਰੇ ਹੀ ਨਹੀਂ ਚੜ੍ਹਦਾ ਜੀ, ਸਿਰੇ ਹੀ ਨਹੀਂ ਚੜ੍ਹਦਾ। ਮੈਨੂੰ ਇੱਥੇ ਕਈ ਲੋਕ ਦੱਸਦੇ ਰਹਿੰਦੇ ਜੀ, ਗਿਆਨੀ ਜੀ ਜਿਹੜਾ ਕੰਮ ਸ਼ੁਰੂ ਕਰਦੇ ਸਿਰੇ ਹੀ ਨਹੀਂ ਚੜ੍ਹਦਾ। ਕਈ ਬੰਦਿਆਂ ਦੀ ਗੱਲ ਹੁੰਦੀ ਜੀ, ਪਰ ਕਹਿੰਦੇ ਉਹਨਾਂ ਦੇ ਕੰਮਾਂ 'ਚ ਕੋਈ ਮੁਸ਼ਕਲ ਨਹੀਂ ਆਏਗੀ, ਬੰਧਨ ਨਹੀਂ ਪੈਣਗੇ, ਰੁਕਾਵਟਾਂ ਨਹੀਂ ਪੈਣਗੀਆਂ, ਜਿਹੜੇ ਗੁਰੂ ਅੰਗਦ ਦੇਵ ਜੀ ਨੂੰ ਯਾਦ ਕਰਨਗੇ ਜੀ। ਮੈਂ ਆਪਣੇ ਨਾਲ ਵਰਤੀ ਘਟਨਾ ਇੱਕ ਸੁਣਾ ਦਿੰਦਾ। ਮਹਾਂਪੁਰਖਾਂ ਦੇ ਕੋਲ ਰਾਤ ਲਗਭਗ 1-2 ਵਜੇ ਦਾ ਸਮਾਂ ਹੋਣਾ, ਸੰਗਤ ਕੀਰਤਨ ਸੁਣ ਕੇ ਆਈ ਜੀ, ਤੇ ਵਸਤੂ ਥੋੜ੍ਹੀ ਸੀ ਵਰਤਾਉਣ ਵਾਲੀ ਜੀ, ਸੰਗਤ ਜ਼ਿਆਦਾ ਸੀਗੀ, ਤੇ ਉਹਦੇ ਤੇ ਵਸਤੂ ਤੇ ਕੱਪੜਾ ਪਾ ਕੇ ਨਾ ਜੀ, ਕੱਪੜਾ ਪਾ ਕੇ ਤੇ ਮਹਾਂਪੁਰਖ ਮੈਨੂੰ ਕਹਿਣ ਲੱਗੇ ਵੀ ਆ ਇੱਕ ਪੀਸ ਚੁੱਕਣਾ ਵਿੱਚੋਂ, ਤੇ ਇਹਦੇ ਲਾਗੇ ਉੱਚੀ ਉੱਚੀ ਬੋਲੀ ਜਾਣਾ, ਧੰਨ ਗੁਰੂ ਅੰਗਦ ਦੇਵ ਜੀ, ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ, ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ। ਮੈਂ ਕਿਹਾ ਜੀ 7 ਬਚਨ। ਥੋੜਾ ਜਿਹਾ ਪਦਾਰਥ
ਕਈ 100 ਸਰੀਰ ਪੜਦਾ ਪਿਆ ਜੀ, ਕੱਪੜਾ ਪਾਇਆ ਉੱਤੇ, ਤੇ ਮਹਾਰਾਜ ਦਾ ਨਾਮ ਲਈ ਗਏ। ਸਾਰਿਆਂ ਨੂੰ ਵਰਤਾ ਕੇ ਪਦਾਰਥ ਫਿਰ ਵੱਧ ਗਿਆ ਜੀ। ਮਹਾਰਾਜ ਦੇ ਨਾਮ ਦੀ ਮਹਿਮਾ ਇੰਨੀ ਹੈ ਜੀ। ਹਾਂਜੀ, ਬੰਦ ਨਾ ਪਰਹੇ ਸਬੰਧ ਹੋਏ, ਸ਼੍ਰੀ ਅੰਗਦ ਪਦ ਬੰਦ। ਜਿਹੜੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਤੇ ਮੱਥਾ ਟੇਕਦੇ ਆ ਨਾ, ਉਹਨਾਂ ਦੀਆਂ ਸਭ ਮੁਸ਼ਕਲਾਂ ਦੂਰ ਹੋ ਜਾਂਦੀਆਂ ਨੇ ਜੀ। ਉਹ ਫਿਰ ਸਗੋਂ ਉਹਨਾਂ ਦਾ ਮਹਾਰਾਜ ਨਾਲ ਸੰਬੰਧ ਪੈਦਾ ਹੋ ਜਾਂਦਾ ਜੀ। ਹਾਂਜੀ, ਬੰਦ ਹਾਥ ਸ਼ਰਣੀ ਪਰੇ, ਬਿਗਨ ਬਿਨਾਸ਼ਨ ਬ੍ਰਿੰਦ। ਭਾਈ ਸੰਤੋਖ ਸਿੰਘ ਜੀ ਕਹਿੰਦੇ ਗੁਰੂ ਅੰਗਦ ਦੇਵ ਜੀ, 7ਵੀਂ ਰਾਸ ਆਰੰਭ ਕਰਨ ਲੱਗੇ ਆ, ਮੈਂ ਤੁਹਾਨੂੰ ਮੱਥਾ ਟੇਕਦਾ, ਇਸ ਗ੍ਰੰਥ ਨੂੰ ਲਿਖਣ 'ਚ ਵਿਘਨ ਨਾ ਪਵੇ ਕੋਈ, ਤੁਸੀਂ ਕਿਰਪਾ ਕਰਿਓ। ਪਰਮ ਬ੍ਰਿਧ ਸ਼੍ਰੀ ਅਮਰ ਜੀ, ਪਰਮ ਉਦਾਰ ਸਦੀਵ। ਹੁਣ ਗੁਰੂ ਅਮਰਦਾਸ ਸਾਹਿਬ ਜੀ ਦਾ ਮੰਗਲ ਆਇਆ। ਕਹਿੰਦੇ ਗੁਰੂ ਅੰਗਦ ਦੇਵ ਜੀ ਪਰਮ ਬ੍ਰਿਧ ਨੇ, ਬੜੇ ਬਜ਼ੁਰਗ ਨੇ, ਪਰ ਜਿੰਨੇ ਬਜ਼ੁਰਗ ਨੇ ਦਿਲ ਦੇ ਉਰ ਤੋਂ ਕਿਤੇ ਵੱਡੇ ਨੇ। ਕਹਿੰਦੇ ਦਿਆਲੂ ਬੜੇ ਵੱਡੇ ਮਹਾਰਾਜ। ਹਾਂਜੀ, ਪਰਮ ਬਖਸ਼ ਕਰ ਸੇਵਕਨ, ਪਰਮ ਉਧਾਰਕ ਥੀਵ। ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਆਪਣੇ ਸੇਵਕਾਂ ਨੂੰ ਬਹੁਤ ਕੁਝ ਬਖਸ਼ਿਸ਼ ਕਰਦੇ ਜੀ। ਪਰਮ ਉਧਾਰਕ ਥੀਵ। ਇੱਥੋਂ ਤੱਕ ਗੁਰੂ ਅਮਰਦਾਸ ਸਾਹਿਬ ਜੀ ਮੁਕਤੀ ਵੀ ਦੇ ਦਿੰਦੇ ਜੀ। ਹਰ ਕੋਈ ਮੁਕਤੀ ਨਹੀਂ ਦਿੰਦਾ। ਗੱਜ ਕੇ ਕਹੋ ਧੰਨ ਗੁਰੂ ਅਮਰਦਾਸ ਸਾਹਿਬ ਜੀ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ, ਹੁਣ 7ਵੀਂ ਰਾਸ ਆਰੰਭ ਹੋਣ ਲੱਗੀ, ਕਿਰਪਾ ਕਰਿਓ। ਰਾਮਦਾਸ ਸ਼੍ਰੀ ਸਤਿਗੁਰੂ, ਦਾਸਨ ਤਰਾਸ ਬਿਨਾਸ਼। ਹੁਣ ਗੁਰੂ ਰਾਮਦਾਸ ਜੀ ਬਾਰੇ ਲਿਖਦੇ, ਹੈ ਗੁਰੂ ਰਾਮਦਾਸ, ਤੁਸੀਂ ਆਪਣੇ ਸੇਵਕਾਂ ਦਾ ਡਰ ਦੂਰ ਕਰਨ ਵਾਲੇ ਹੋ। ਭੱਟ ਜੀ ਲਿਖਦੇ, ਕਹਿੰਦੇ ਉਧਰੋਂ ਜੰਮ ਆ ਰਹੇ ਹੋਣ, ਉਧਰੋਂ ਗੱਜ ਕੇ ਕਹਿ ਰਹੇ ਹੋ ਧੰਨ ਗੁਰੂ ਰਾਮਦਾਸ ਜੀ, ਕਹਿੰਦੇ ਜੰਮ ਭੱਜ ਜਾਣਗੇ ਜੀ। ਜਿਹ ਨਾਮ ਸੁਨੇ ਸੁਤ ਭਾਨ ਡਰਿਓ, ਜੰਮ ਵੀ ਡਰ ਜਾਣਗੇ। ਗੁਰੂ ਰਾਮਦਾਸ ਜੀ ਦੇ ਨਾਮ ਦਾ ਇੰਨਾ ਵੱਡਾ ਪ੍ਰਤਾਪ ਹੈ। ਹਾਂਜੀ, ਨਿਜ ਪਰ ਜਨ ਵਿਸਵਾਸ ਲਖ, ਬਖਸ਼ਤ ਹੈ ਸੁਖ ਰਾਸ। ਤੇ ਜਦੋਂ ਗੁਰੂ ਰਾਮਦਾਸ ਜੀ ਵੇਖਦੇ ਨਾ ਵੀ ਇਸ ਸਿੱਖ ਨੂੰ ਸਾਡੇ ਤੇ ਪੂਰਾ ਭਰੋਸਾ ਹੈਗਾ, ਭਾਈ ਸੰਤੋਖ ਸਿੰਘ ਲਿਖਦੇ ਗੁਰੂ ਰਾਮਦਾਸ ਜੀ, ਫਿਰ ਤੁਸੀਂ ਉਹਨੂੰ ਸੁੱਖਾਂ ਦਾ ਖਜ਼ਾਨਾ ਹੀ ਦੇ ਦਿੰਦੇ ਹੋ। ਚੈੱਕ ਜ਼ਰੂਰ ਕਰਦੇ ਮਹਾਰਾਜ, ਚੈੱਕ ਜ਼ਰੂਰ ਕਰਦੇ ਜੀ। ਆ ਥੋੜ੍ਹੇ ਮੈਂ ਕੱਲ੍ਹ ਪਰਸੋਂ ਵੀ ਸ਼ਾਇਦ ਤੁਹਾਨੂੰ ਦੱਸਿਆ ਹੋਵੇ, ਹੈਦਰਾਬਾਦ ਤੋਂ ਸਿੰਘ ਮੈਨੂੰ ਮਿਲਣ ਆਏ ਜੀ। ਉਹ ਇੱਕ ਸਿੰਘ ਇੰਗਲੈਂਡ ਰਹਿੰਦਾ ਜੀ, ਉੱਥੇ ਜੀ ਹੈ ਹੈਦਰਾਬਾਦ ਦਾ। ਉਹ 7-8 ਸਿੰਘਾਂ ਨੂੰ ਉਹ ਨਾਲ ਯਾਤਰਾ ਕਰਾਉਣ ਲਈ ਲੈ ਕੇ ਆਇਆ। ਐਨਕ ਲੱਗੀ ਸੀ ਉਹਨੂੰ ਜੀ। ਸਣ ਕੇ ਸੀ ਇਸ਼ਨਾਨ ਕਰਨ ਲੱਗਾ, ਤੇ ਜਦੋਂ ਇਸ਼ਨਾਨ ਕਰਨ ਲੱਗਾ ਨਾ, ਚੁੱਭਾ ਮਾਰਨ ਲੱਗਾ, ਉਹਦੀ ਐਨਕ ਲੱਥ ਕੇ ਤੇ ਦਰਬਾਰ ਸਾਹਿਬ ਵੱਲੋਂ ਤੁਰ ਪਈ ਜੀ। ਜਲ ਦਾ ਵਹਿਣ ਅੰਦਰ ਨੂੰ ਹੀਗਾ ਜੀ। ਉਹ ਜਦੋਂ ਐਨਕ ਲੱਥ ਗਈ, ਐਨਕ ਅੰਦਰ ਨੂੰ ਗਈ, ਇਸ਼ਨਾਨ ਪਾਨ ਕੀਤਾ, ਉਸ ਤੋਂ ਬਾਅਦ ਉਹ ਇੱਥੇ ਆ ਗਏ। ਮੈਂ ਕਿਹਾ ਹੁਣ ਤੂੰ ਮਹਾਰਾਜ ਤੇ ਭਰੋਸਾ ਰੱਖੀ, ਗੁਰੂ ਰਾਮਦਾਸ ਜੀ ਨੇ ਤੇਰੀ ਪੱਕੀ ਐਨਕ ਲਾ ਦਿੱਤੀ, ਉਹ ਤੇ ਤੇਰੀ ਐਨਕ ਕੋਲ ਰੱਖ ਲਈ ਆਪਣੇ। ਥੋੜ੍ਹੇ ਦਿਨ ਪਹਿਲਾਂ ਮੈਂ ਉਹਨੂੰ ਫੋਨ ਕੀਤਾ, ਦੂਰ ਦੀ ਐਨਕ ਲੱਗੀ ਸੀ ਉਹਨੂੰ ਮੈਂ ਫੋਨ ਕੀਤਾ ਵੀ ਸੁਣਾ। ਕਹਿੰਦਾ ਗਿਆਨੀ ਜੀ ਅੱਗੇ ਨਾਲੋਂ ਵੀ ਸਾਫ਼ ਵਿਖਦਾ ਜੇ। ਆਖੋ ਵਾਹਿਗੁਰੂ। ਬਸ ਮਹਾਰਾਜ ਭਰੋਸਾ ਵੇਖਦੇ ਆ ਜੀ। ਉਹ ਕਹਿੰਦਾ ਹੁਣ ਤੇ ਅੱਗੇ ਨਾਲੋਂ ਵੀ ਜ਼ਿਆਦਾ ਸਾਫ਼ ਵਿਖਦਾ। ਹਾਂਜੀ, ਬਖਸ਼ਿਸ਼ ਹੋ ਜਾਂਦੀ ਜੀ। ਨਿਜ ਪਰ ਜਨ ਵਿਸ਼ਵਾਸ ਲਖ, ਬਖਸ਼ਤ ਹੈ ਸੁਖ ਰਾਸ। ਮਹਾਰਾਜ ਵੇਖ ਲੈਣ ਨਾ ਵੀ ਆਹ ਸਿੱਖ ਮੇਰੇ ਨਾਲ ਬੜਾ ਹੀ ਪਿਆਰ ਕਰਦਾ ਹੈ, ਇਹਨੂੰ ਸਾਡੇ ਤੇ ਭਰੋਸਾ ਹੈ। ਗੁਰੂ ਰਾਮਦਾਸ, ਤੁਸੀਂ ਉਹਨੂੰ ਸੁੱਖਾਂ ਦਾ ਖਜ਼ਾਨਾ ਹੀ ਦੇ ਦਿੰਦੇ ਹੋ। ਇੱਕ ਤਾਂ ਸੁੱਖ ਤੇ ਛੱਡੋ ਹਾਂ ਪਰਾਂ ਜੀ। ਸੰਸਾਰੀ ਬੰਦੇ ਇੱਕ ਇੱਕ ਖੁਸ਼ੀਆਂ ਵਾਸਤੇ ਰੋਂਦੇ ਫਿਰਦੇ ਤੇ ਖੁਸ਼ੀਆਂ ਨਹੀਂ ਮਿਲਦੀਆਂ ਜੀ।
ਤੇ ਮਹਾਰਾਜ ਦੀਆਂ ਖੁਸ਼ੀਆਂ ਦੀ ਗਿਣਤੀ ਲੱਖਾਂ ਤੋਂ ਸ਼ੁਰੂ ਹੁੰਦੀ ਜੀ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੀ। ਲੱਖਾਂ ਤੋਂ ਸ਼ੁਰੂ ਗੱਲ ਕਰਦੇ, ਇੱਕ ਤੋਂ ਨਹੀਂ ਸ਼ੁਰੂ ਕਰਦੇ ਜੀ। ਪਰ ਜੇ ਸਤਿਗੁਰ ਨਦਰ ਕਰੇ, ਗੁਰੂ ਮਿਹਰ ਕਰਦੇ ਜੀ। ਸੋ ਭਰੋਸਾ ਵੱਡਾ ਰੱਖੋ। ਗੁਰੂ ਰਾਮਦਾਸ ਵੇਖਦੇ ਭਰੋਸੇ ਵਾਲਾ ਖਜ਼ਾਨਾ ਹੀ ਦੇ ਦਿੰਦੇ ਉਹਨੂੰ ਜੀ। ਕਹਿੰਦੇ ਗੁਰੂ ਰਾਮਦਾਸ ਸਤਵੀਂ ਰਾਸ ਆਰੰਭ ਕਰਨ ਲੱਗਾ, ਕਿਰਪਾ ਕਰਿਓ। ਭਾਰੀ ਉਪਕਾਰੀ ਸਦਾ ਤ੍ਰਿਤ ਧਾਰੀ ਗੁਣ ਖਾਨ। ਭਾਰੀ ਉਪਕਾਰੀ ਸਦਾ। ਗੁਰੂ ਅਰਜਨ ਦੇਵ ਜੀ ਬੜੇ ਵੱਡਾ ਉਪਕਾਰ ਕਰਨ ਵਾਲੇ। ਕਿੱਡਾ ਵੱਡਾ ਉਪਕਾਰ ਸ਼੍ਰੀ ਹਰਿਮੰਦਰ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਨੇ ਦਿੱਤਾ ਜੀ। ਤੇ ਜਿਨ੍ਹਾਂ ਦੇ ਚਰਨਾਂ 'ਚ ਆਪਾਂ ਬੈਠੇ ਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਾਧ ਸੰਗਤ ਜੀ, ਇਹਨਾਂ ਦੀ ਵੀ ਸੰਪਾਦਨਾ ਗੁਰੂ ਅਰਜਨ ਦੇਵ ਜੀ ਨੇ ਕਰਾਈ ਜੀ। ਵੱਡਾ ਉਪਕਾਰ ਕਰਨ ਵਾਲੇ ਤ੍ਰਿਤ ਧਾਰੀ। ਤ੍ਰਿਤ ਧਾਰੀ ਗੁਣ ਖਾਨ। ਤੇ ਧੀਰਜ ਬਹੁਤ ਵੱਡਾ ਜੀ, ਹੌਸਲਾ ਬੜਾ ਵੱਡਾ, ਤੇ ਗੁਣਾਂ ਦੀ ਖਾਣ ਹੀ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ। ਜਿਵੇਂ ਖਾਣ ਚੋਂ ਨਿਕਲੀ ਆਉਂਦਾ ਮਹਾਰਾਜ ਦਾ ਜੀਵਨ ਪੜ੍ਹੀ ਚੱਲੋ, ਗੁਣ ਨਿਕਲੀ ਆਉਣਗੇ। ਹਾਂਜੀ। ਸ੍ਰੀ ਅਰਜਨ ਪਦ ਪਦਮ ਕੋ। ਐਸੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਤੇ ਨਮੋ ਜੋਰ ਜੁਗ ਪਾਨ। ਭਾਈ ਸੰਤੋਖ ਸਿੰਘ ਕਹਿੰਦੇ ਮੈਂ ਦੋਵੇਂ ਹੱਥ ਜੋੜ ਕੇ ਮੱਥਾ ਟੇਕਦਾ। ਆਪਾਂ ਵੀ ਟੇਕੀਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਦੋਵੇਂ ਹੱਥ ਜੋੜ ਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਸੱਚੇ ਪਾਤਸ਼ਾਹ ਸਤਵੀਂ ਰਾਸ ਆਰੰਭ ਹੋਣ ਲੱਗੀ ਹੈ, ਕਿਰਪਾ ਕਰਿਓ। ਸ਼੍ਰੀ ਗੁਰ ਹਰਗੋਬਿੰਦ ਜੀ ਚੰਦ ਮਨਿੰਦ ਬਲਿੰਦ। ਤੇ ਹੁਣ ਫਿਰ ਛੇਵੇਂ ਪਾਤਸ਼ਾਹ ਦਾ ਜਸ ਆ ਗਿਆ ਜੀ। ਸ਼੍ਰੀ ਗੁਰ ਹਰਗੋਬਿੰਦ ਜੀ। ਗੁਰੂ ਹਰਗੋਬਿੰਦ ਸਾਹਿਬ ਚੰਦ ਮਨਿੰਦ ਬਿਲੰਦ। ਚੰਦ ਵਰਗੇ ਨੇ, ਬਿਲੰਦ ਵੱਡੇ ਸਰੀਰ ਵਾਲੇ ਹੈ, 7.5 ਫੁੱਟ ਉੱਚਾ ਕੱਦ। ਕੇਸਗੜ੍ਹ ਸਾਹਿਬ ਸ਼ਾਮ ਦੀ ਕਥਾ ਸੀਗੀ ਤਾਂ ਉੱਥੇ ਛੇਵੀਂ ਰਾਸ ਆਰੰਭ ਹੋਣੀ ਸੀਗੀ ਜੀ। ਛੇਵੀਂ ਰਾਸ ਵਿੱਚ ਵੀ ਇਹ ਦੋਹਰਾ ਲਿਖਿਆ ਵੀ ਗੁਰੂ ਹਰਗੋਬਿੰਦ ਸਾਹਿਬ ਤੁਸੀਂ ਵੱਡੇ ਹੋ। ਜਦੋਂ ਛੇਵੀਂ ਰਾਸ ਆਰੰਭ ਹੁੰਦੀ, ਸੋਹਣੇ ਹੋ, ਵੱਡੇ ਹੋ। ਤੇ ਮੈਂ ਬੇਨਤੀ ਸੰਗਤ ਨੂੰ ਕੀਤੀ ਵੀ ਮਹਾਰਾਜ ਦਾ ਕੱਦ 7.5 ਫੁੱਟ ਸੀ, ਭਰਵਾਂ ਸਰੀਰ ਸੀ। ਇੱਕ ਬਜ਼ੁਰਗ ਮੈਨੂੰ ਤਖਤ ਸਾਹਿਬ ਦੇ ਬਾਹਰ ਆ ਕੇ ਕਹਿੰਦਾ, ਗਿਆਨੀ ਜੀ ਭਾਰ ਤੇ ਕੱਦ ਤੇ ਬੜਾ ਵੱਡਾ, ਤੇ ਭਾਰ ਕਿੰਨਾ ਸੀ ਮਹਾਰਾਜ ਦਾ, ਬੋਡੀ ਵੇਟ ਕਿੰਨਾ? ਮੈਂ ਕਿਹਾ ਵੀ ਤੁਹਾਡਾ ਪ੍ਰਸ਼ਨ ਜਾਇਜ਼ ਹੈਗਾ, ਪਰ ਮੈਂ ਅੰਦਾਜ਼ਨ ਦੱਸ ਸਕਦਾ ਤੁਹਾਨੂੰ ਵੀ ਜਦੋਂ ਛੇਵੇਂ ਪਾਤਸ਼ਾਹ ਚੱਲਦੇ ਸੀ ਨਾ ਜੀ, 2 ਘੋੜੇ ਨਾਲ ਲੈ ਕੇ ਚੱਲਦੇ ਸੀਗੇ ਜੀ। ਕਿਉਂ? ਇੱਕ ਘੋੜਾ ਥੱਕ ਜਾਂਦਾ ਸੀਗਾ ਛੇਤੀ, ਤੇ ਦੂਜੇ ਘੋੜੇ ਤੇ ਬਹਿੰਦੇ ਸਨ ਮਹਾਰਾਜ। ਹੁਣ ਘੋੜਾ ਆਪ ਵੀ ਬੜੇ ਬਲ ਵਾਲਾ, ਤੇ ਮਹਾਰਾਜ ਜਿਸ ਘੋੜੇ ਤੇ ਬਹਿਣਗੇ ਘੋੜਾ ਉਹ ਸਧਾਰਨ ਨਹੀਂ ਹੋਏਗਾ ਜੀ, ਘੋੜਾ ਵੀ ਬੜਾ ਖਾਸ ਹੋਏਗਾ ਜੀ ਉਹ। ਹਾਂਜੀ, ਖਾਸ ਘੋੜਾ ਵੀ ਗੁਰੂ ਸਾਹਿਬ ਦੇ ਭਾਰ ਤੋਂ ਥੱਕ ਜਾਂਦਾ ਸੀਗਾ। ਮੈਂ ਕਿਹਾ ਬਾਪੂ ਜੀ ਅੱਗੇ ਅੰਦਾਜ਼ਾ ਆਪੇ ਹੀ ਲਾ ਲਓ ਤੁਸੀਂ, ਕਿੱਡਾ ਕੁ ਮਹਾਰਾਜ ਦਾ ਭਾਰ ਹੋਏਗਾ। ਸ਼੍ਰੀ ਗੁਰੂ ਹਰਗੋਬਿੰਦ ਜੀ ਚੰਦ ਮਿਨੰਦ ਬਿਲੰਦ, ਵੱਡੇ ਸੱਚੇ ਪਾਤਸ਼ਾਹ। ਹਾਂਜੀ, ਵੱਡ ਜੋਧਾ ਬਹੁ ਭਾਰੀ ਉਪਕਾਰੀ। ਹਾਂਜੀ। ਦਾਸਨ ਕੁਮਦ ਆਨੰਦ ਦਾ ਸ਼ਤਰੂ ਬ੍ਰਿੰਦ ਅਰਬਿੰਦ। ਕਹਿੰਦੇ ਦਾਸਨ ਕੁਮਦ ਆਨੰਦ ਦਾ ਛਤਰ ਬਿਲੰਦ ਅਰਬਿੰਦ। ਛਤਰ ਬਿਰੰਦ ਅਰਬਿੰਦ, ਗੱਜ ਕੇ ਆਖੋ ਵਾਹਿਗੁਰੂ। ਜਿਵੇਂ ਕਲੀਆਂ ਖਿੜਦੀਆਂ ਜੀ, ਕਲੀਆਂ ਦੀ ਖੁਸ਼ਬੂ ਹੁੰਦੀ ਹੈ, ਕਲੀਆਂ ਬਹੁਤ ਸੋਹਣੀਆਂ ਲੱਗਦੀਆਂ। ਗੁਰੂ ਹਰਗੋਬਿੰਦ ਸਾਹਿਬ ਸਿੱਖਾਂ ਨੂੰ ਕਲੀਆਂ ਵਾਲੀ ਖੁਸ਼ਬੂ ਦਿੰਦੇ ਆ, ਉਹੋ ਜਿਹਾ ਖੇੜਾ ਦਿੰਦੇ ਆ, ਉਹੋ ਜਿਹੀ ਖੁਸ਼ਬੂ ਦਿੰਦੇ ਆ, ਤੇ ਵੈਰੀ ਉਹਨਾਂ ਦਾ ਨਾਸ ਕਰ ਦਿੰਦੇ ਮਹਾਰਾਜ। ਹਾਂਜੀ। ਸ਼੍ਰੀ ਹਰਿ ਰਾਏ ਸੋ ਹਰਤ ਹੈ ਦਾਸਨ ਕੇ ਦੁਖ ਜਾਲ। ਹੇ ਗੁਰੂ ਹਰਗੋਬਿੰਦ ਸਾਹਿਬ ਸਤਵੀਂ ਰਾਸ ਆਰੰਭ ਹੋਣ ਲੱਗੀ, ਕਿਰਪਾ ਕਰਿਓ। ਹੁਣ ਗੁਰੂ ਹਰਿ ਰਾਏ ਸਾਹਿਬ ਬਾਰੇ ਦੱਸਦੇ, ਆਪਣੇ ਦਾਸਾਂ ਸੇਵਕਾਂ ਦੇ ਦੁੱਖਾਂ ਨੂੰ ਨਾਸ ਕਰਨ ਵਾਲੇ ਨੇ ਮਹਾਰਾਜ, ਦੁੱਖਾਂ ਨੂੰ ਨਾਸ ਕਰਨ ਵਾਲੇ ਆ।
ਹਾਂਜੀ, ਹਰ ਇੱਛਾ ਕੋ ਦੇਤ ਹੈ। ਹਰ ਇੱਛਾ ਨੂੰ ਪੂਰਾ ਕਰਨ ਵਾਲੇ ਗੁਰੂ ਹਰਿ ਰਾਏ ਸਾਹਿਬ। ਆਖੋ ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ। ਹਾਂਜੀ, ਹਰ ਜਿਉ ਹੋਏ ਵਾਹ ਦਇਆਲ। ਵਾਹ। ਕਹਿੰਦੇ ਨਾਮ ਹੀ ਨਹੀਂ ਹਰਿ ਰਾਏ, ਗੁਰੂ ਹਰਿ ਰਾਏ ਸਾਹਿਬ ਰੱਬ ਵਰਗੇ ਹੀ ਦਿਆਲੂ ਨੇ, ਹਰੀ ਵਰਗੇ ਹੀ ਦਿਆਲੂ ਨੇ। ਹਾਂਜੀ, ਸ੍ਰੀ ਸਤਿਗੁਰ ਹਰਿ ਕ੍ਰਿਸ਼ਨ ਜੀ ਦੇਹੋ ਗੁਰਮਤਿ ਤੇ ਉਪਜਾਏ। ਆਖੋ ਸਾਰੇ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ। ਛੜੀ ਰੱਖ ਕੇ ਗੂੰਗਿਆਂ ਕੋਲੋਂ ਕਥਾ ਕਰਾਉਣ ਵਾਲੇ, ਵਿਦਵਾਨ ਬਣਾਉਣ ਵਾਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਕਿਰਪਾ ਕਰਿਓ ਮੇਰੇ ਹਿਰਦੇ ਦੇ ਵਿੱਚ ਗੁਰੂ ਦੀ ਮੱਤ ਪੈਦਾ ਹੋਵੇ ਜੀ। ਹਾਂਜੀ, ਔਰ ਵਿਕਾਰ ਕਉ ਪਰ ਹਰਹੁ। ਮੈਂ ਆਪਣੇ ਅੰਦਰੋਂ ਵਿਕਾਰ ਦੂਰ ਕਰ ਸਕਾਂ ਸਤਨਾਮ ਲਿਵ ਲਾਏ। ਤੇ ਮੇਰੇ ਅੰਦਰ ਸਤਨਾਮ ਦੀ ਲਿਵ ਲਾ ਦਿਓ। ਹਾਂਜੀ, ਤੇਗ ਬਹਾਦਰ ਸ੍ਰੀ ਗੁਰ ਪਰਮ ਬਹਾਦਰ ਧੀਰ। ਹਾਂਜੀ, ਸਾਦਰ ਪਰ ਉਪਕਾਰ ਹਿਤ ਤ੍ਰਿਣ ਸਮ ਦਿਓ ਸਰੀਰ। ਗੁਰੂ ਤੇਗ ਬਹਾਦਰ ਸਾਹਿਬ ਧਰਮ ਦੀ ਧੁਜ ਨੇ ਜੀ। ਪਰਉਪਕਾਰ ਵਾਸਤੇ ਆਪਣਾ ਸਰੀਰ ਇਉਂ ਦਾਨ ਕੀਤਾ ਜਿਵੇਂ ਅਸੀਂ ਤਿਣਕਾ ਸੁੱਟਦੇ ਹਾਂ। ਹੇ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰਿਓ। ਕਬਿਤ ਆਦ ਤ੍ਰਿਮਲੰਗ ਤੇ ਅਨੇਕ ਪਾਤਸ਼ਾਹ ਭਏ। ਕੀਤੀ ਕੁਲ ਬੀਤ ਗਈ ਅਮਲ ਚਲਾਏ ਕੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਇਸ ਦੇਸ਼ ਦੇ ਵਿੱਚ, ਗੱਜ ਕੇ ਆਖੋ ਵਾਹਿਗੁਰੂ। ਇਸ ਦੇਸ਼ ਦੇ ਵਿੱਚ ਪਹਿਲਾਂ ਬੜੇ ਰਾਜੇ ਹੋਏ ਆ। ਤਿਮਰਲਿੰਗ ਉਹਦੀ ਵੰਸ਼, ਉਹਨਾਂ ਰਾਜ ਕੀਤਾ, ਕਈ ਪੀੜ੍ਹੀਆਂ ਹਕੂਮਤ ਕਰਦੇ ਰਹੇ ਉਹ। ਹਾਂਜੀ, ਦੇਸ਼ ਤੇ ਵਿਦੇਸ਼ਨ ਚਾਰੋਂ ਚੱਕ ਸਭ ਨਿਵੇਂ ਆਏ। ਉਹਨਾਂ ਦੇ ਅੱਗੇ ਦੇਸ਼ ਵਿਦੇਸ਼ ਤੋਂ ਲੋਕ ਆ ਕੇ ਨਿਵਦੇ ਸੀਗੇ। ਹਾਂਜੀ, ਕਾਹੂ ਨਾਮ ਵਾਸੀ ਭੱਟ ਦੀਏ ਲਲਚਾਏ ਕੇ। ਕਹਿਣ ਲੱਗੇ ਕਿਸੇ ਵੀ ਤਰ੍ਹਾਂ ਨਾਲ ਸੂਰਮੇ ਰਹਿਣ ਨਹੀਂ ਸੀ ਦਿੱਤੇ, ਸਭ ਖਤਮ ਕਰਤੇ ਸੀਗੇ। ਹਾਂਜੀ, ਅਨਗਨ ਸੈਨ ਕੋਸ਼ ਦੀਰਘ ਦੁਰਗ ਭਾਰੀ। ਹਾਂਜੀ, ਰਾਜ ਕੋ ਸਮਾਜ ਕੌਣ ਸਕੇ ਸੋ ਗਿਨਾਏ ਕੇ। ਉਹਨਾਂ ਦੀ ਬੜੀ ਵੱਡੀ ਫੌਜ ਸੀ, ਬਹੁਤ ਵੱਡਾ ਸਮਾਨ ਸੀ, ਬਹੁਤ ਸਾਰੀਆਂ ਤੋਪਾਂ ਸਨ। ਹਾਂਜੀ, ਸ੍ਰੀ ਗੋਬਿੰਦ ਸਿੰਘ ਕੇਸ ਰੂਪ ਪੰਥ ਖਾਲਸਾ। ਕੋ ਕੌਣ ਜਾਣੇ ਦਹਿੰਗੇ ਪਾਤਸ਼ਾਹ ਖਪਾਏ ਕੇ। ਪਰ ਕਹਿਣ ਲੱਗੇ ਕਿੱਥੇ ਗਏ ਤਿਮਰਲਿੰਗ ਹੋਣੀ। ਬਾਜਾਂ ਵਾਲੇ ਸੱਚੇ ਪਾਤਸ਼ਾਹ ਦਾ ਖਾਲਸਿਆ, ਵਾਹਿਗੁਰੂ ਸਾਜਿਆ ਖਾਲਸਾ ਅੱਜ ਵੀ ਹੈ ਤੇ ਸਦਾ ਹੀ ਰਹਿਣਾ ਹੈ, ਸਦਾ ਹੀ ਰਹਿਣਾ। ਹਾਂਜੀ, ਪੜ੍ਹ ਦਿਓ ਛੇਤੀ। ਦੋਹਰਾ ਸਤਿਗੁਰ 10 ਪਾਤਸ਼ਾਹ ਕੇ ਪਦ ਪੰਕਜ ਸੁਖ ਕੰਦ। ਕਹਿੰਦੇ ਸਿੱਖੋ 10 ਪਾਤਸ਼ਾਹੀਆਂ ਦੇ ਜਿਹੜੇ ਚਰਨ ਕਮਲ ਨੇ ਸੁਖ ਦੇਣ ਵਾਲੇ ਆ, 10 ਪਾਤਸ਼ਾਹੀਆਂ ਦੇ। ਹਾਂਜੀ, ਰਚੋ ਰਾਸ ਅਬ ਸਪਤਮੀ ਕਰ ਬੰਧਨ ਕੋ ਬੰਦ। ਸੋ ਮੈਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਰੇ ਸਤਿਗੁਰਾਂ ਦੇ ਸਰੂਪਾਂ ਨੂੰ, ਚਰਨਾਂ ਨੂੰ ਮੱਥਾ ਟੇਕ ਕੇ 7ਵੀਂ ਰਾਸ ਹੁਣ ਆਰੰਭ ਕਰਦਾ ਹਾਂ। ਪੜ੍ਹ ਦਿਓ। ਗੁਰ ਸਿੱਖ ਸੰਤਨ ਨਮੋ ਕਰ ਸਭ ਕੈ ਚਰਨ ਮਨਾਏ। ਮੈਂ ਗੁਰਸਿੱਖਾਂ ਨੂੰ, ਸੰਤਾਂ ਨੂੰ, ਸੰਗਤਾਂ ਨੂੰ, ਸਾਰਿਆਂ ਨੂੰ ਮੱਥਾ ਟੇਕਦਾ ਹਾਂ। ਉਚਰਉ ਸਤਿਗੁਰ ਸੁਜਸ ਕੋ ਮਨ ਬਾਂਛਤ ਫਲ ਦਾਏ। ਹੁਣ ਮੈਂ ਮਹਾਰਾਜ ਦਾ ਜਸ ਉਚਾਰਨ ਕਰਾਂਗਾ, ਸੁਣਨ ਵਾਲਿਆਂ ਨੂੰ ਮਨ ਇੱਛੇ ਫਲ ਮਿਲਣਗੇ। ਗੁਰੂ ਦਾ ਜਸ ਬੜਾ ਵੱਡਾ, ਮਹਾਰਾਜ ਮਿਹਰ ਕਰਨ। ਇਹ 10 ਗੁਰੂਆਂ ਦਾ ਮੰਗਲ ਕੀਤਾ। ਇਹਦੇ ਤੋਂ ਅੱਗੇ ਪ੍ਰਸੰਗ ਫਿਰ ਕੱਲ ਨੂੰ ਆਰੰਭ ਹੋਵੇਗਾ ਕਥਾ ਸਤਿਗੁਰੂ ਜੀ ਦੀ। ਕੱਲ ਤੋਂ ਆਪਾਂ ਕਥਾ ਸਰਵਣ ਕਰਾਂਗੇ ਗੁਰੂ ਜੀ ਦੀ। ਅੱਜ ਸੰਗਤ ਜੀ ਦੂਸਰੇ ਪਾਤਸ਼ਾਹ ਦਾ ਜੋਤੀ ਜੋਤ ਦਿਨ ਹੈ। ਪਹਿਲਾਂ ਵੀ ਬੇਨਤੀ ਕੀਤੀ ਹੈ, ਉਹ ਅਬਿਨਾਸੀ ਪੁਰਖ ਹੈ ਜੋ ਸਭ ਮੈਂ ਰਿਹਾ ਸਮਾਏ। ਗੁਰੂ ਜੀ ਅਬਿਨਾਸੀ ਪੁਰਸ਼ ਨੇ, ਪਰ ਗੁਰੂ ਜੀ ਦੀ ਸਿਫਤ ਬੜੀ ਵੱਡੀ ਹੈ। ਭੱਟ ਜੀ ਲਿਖਦੇ ਆ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਇਹ ਗੁਰੂ ਅੰਗਦ ਦੇਵ ਜੀ ਦੀ ਸਿਫਤ ਚ ਬਚਨ ਹੈ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਗੁਰੂ ਅੰਗਦ ਦੇਵ ਜੀ ਦੀ ਸਿਫਤ ਹੈ ਜੀ। ਸੋ ਸਤਿਗੁਰੂ ਜੀ ਨੇ ਸਰੀਰ ਤਿਆਗਿਆ, ਜੋਤੀ ਜੋਤ ਸਮਾਏ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ।
ਜੋਤੀ ਜੋਤ ਰਲੀ ਸੰਪੂਰਨ ਥੀਆਰਾ। ਸਤਿਗੁਰੂ ਜੀ ਮਿਹਰ ਕਰਨ। ਜਿੱਥੇ ਆਪ ਜੀ ਸਭ ਸੰਗਤਾਂ ਆਈਆਂ ਹਨ ਉੱਥੇ ਸਾਡੇ ਭਾਈ ਗੁਰਰਾਜਨ ਸਿੰਘ ਜੀ, ਉਹਨਾਂ ਦਾ ਪਰਿਵਾਰ ਸਾਰਾ ਪਹੁੰਚਿਆ। ਭਾਈ ਨਰੇਸ਼ਪਾਲ ਸਿੰਘ ਜੀ ਇੰਗਲੈਂਡ ਤੋਂ, ਉਹਨਾਂ ਦੇ ਨਾਲ ਭਾਈ ਤਲਵਿੰਦਰ ਸਿੰਘ ਜੀ, ਭਾਈ ਸੰਤੋਖ ਸਿੰਘ ਜੀ, ਬੀਬੀ ਗੁਰਬਖਸ਼ ਕੌਰ ਜੀ, ਹਰਲੀਨ ਕੌਰ ਜੀ, ਪ੍ਰਵੀਨ ਕੌਰ ਜੀ, ਤਵਲੀਨ ਕੌਰ ਜੀ, ਸਾਰਿਆਂ ਨੂੰ ਜੀ ਆਇਆਂ ਨੂੰ ਜੀ, ਜੀ ਆਇਆਂ ਨੂੰ। ਬੱਚੀਆਂ ਦੇ ਭੈਣਾਂ ਦੇ ਦਰਸ਼ਨ ਕਰੋ ਤੁਸੀਂ, ਕਿਵੇਂ ਵਿਦੇਸ਼ਾਂ ਵਿੱਚ ਸਿੱਖੀ ਸਾਂਭੀ ਜੀ। ਹਾਂਜੀ, ਇਹ ਗੁਰੂ ਜੀ ਦੀ ਮਿਹਰ, ਕਿਰਪਾ, ਬਖਸ਼ਿਸ਼ ਜੀ। ਸੱਚੇ ਪਾਤਸ਼ਾਹ ਹੋਰ ਮਿਹਰ ਕਰਨ, ਕਿਰਪਾ ਕਰਨ। ਸਤਿਗੁਰੂ ਜੀ ਦਇਆ ਹੀ ਰੱਖਣ, ਮਿਹਰ ਰੱਖਣ, ਕਿਰਪਾ ਰੱਖਣ। ਨਾਲੇ ਇਹਨਾਂ ਭਾਈ ਗੁਰਰਾਜਨ ਸਿੰਘ ਉਹਨਾਂ ਦਾ ਅੱਜ ਯਾਦ ਕਰਾਇਆ, ਬਹੁਤ ਵਧੀਆ ਨੇਕ ਸਿੰਘ ਹੈ ਜੀ। ਅਤੇ ਗੁਰੂ ਜੀ ਮਿਹਰ ਕਰਨ ਸਾਰੀ ਸੰਗਤ ਨੂੰ, ਇਹਨਾਂ ਨੂੰ ਜੀ ਆਇਆਂ ਨੂੰ ਜੀ, ਜੀ ਆਇਆਂ ਨੂੰ। ਹੁਣ ਆਪਾਂ 2 ਕੁ ਮਿੰਟ ਸਿਮਰਨ ਕਰਨਾ ਸਾਰਿਆਂ ਨੇ। ਨੇਤਰ ਕਰੋ ਬੰਦ, ਲੱਕ ਕਰੋ ਸਿੱਧੇ ਅਤੇ ਸਾਵਧਾਨ ਹੋਵੋ। ਪਿਆਰ ਨਾਲ ਸਾਰੇ ਗੱਜ ਕੇ ਕਹੋ ਜੀ, ਵਾਹਿਗੁਰੂ। 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 ਗੁਰੂ ਜੀ ਮਿਹਰ ਕਰਨ, ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ। ਸਾਰੀ ਸੰਗਤ ਨੂੰ ਜੀ ਆਇਆਂ ਨੂੰ। ਸਭ ਸੰਗਤ ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ